जय जिनेंद्र। दोस्तों, स्वागत है आपके अपने प्रोग्राम आपकी राय में। इस प्रोग्राम में हम एक सोशल मुद्दे पर लोगों से जानते हैं उनकी राय। ਆਤਮਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬਿਰਧ ਆਸ਼ਰਮ ਦੇ ਵਿੱਚ ਜਾਣ ਦੀ ਕਿਉਂ ਨੌਬਤ ਆਉਂਦੀ ਹੈ ਔਰ ਘਰ ਦੇ ਵਿੱਚ ਕਿਉਂ ਇਹੋ ਜਿਹੀ ਕੰਡੀਸ਼ਨ ਪੈਦਾ ਹੁੰਦੀ ਹੈ ਕਿ ਬੱਚਿਆਂ ਨੂੰ ਮਾਂ-ਬਾਪ ਤੋਂ ਅਲੱਗ ਤੇ ਮਾਂ-ਬਾਪ ਨੂੰ ਬੱਚਿਆਂ ਤੋਂ ਅਲੱਗ ਰਹਿਣਾ ਪੈਂਦਾ ਹੈ। ਆਓ ਇਸ ਸੰਬੰਧ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਔਰ ਪੇਰੈਂਟਸ ਦੀ ਵੀ ਰਾਏ ਲੈਂਦੇ ਹਾਂ ਕਿ ਇਹੋ ਜਿਹੇ ਘਰ ਦੇ ਵਿੱਚ ਕਿਉਂ ਕੰਡੀਸ਼ਨ ਪੈਦਾ ਹੁੰਦੀ ਹੈ, ਕਿਉਂ ਇੱਦਾਂ ਦੇ ਡਿਸਟ੍ਰੀਬਿਊਟ ਹੁੰਦੇ ਆ ਜਿਨ੍ਹਾਂ ਦੇ ਵਿੱਚ ਘਰ ਦੇ ਵਿੱਚ ਇੱਕ ਦਰਾਰ ਪੈਦਾ ਹੁੰਦੀ ਹੈ। ਇਹ ਕਿਉਂ ਪੈਦਾ ਹੁੰਦੀ ਆ, ਆਓ ਆਪ ਦੀ ਰਾਏ ਦੇ ਵਿੱਚ ਜਾਣਦੇ ਆ ਲੋਕਾਂ ਦੀ ਰਾਏ। ਮਤਲਬ ਜੇ ਗੱਲ ਕੀਤੀ ਜਾਵੇ ਜਿਹੜੇ ਬਿਰਧ ਆਸ਼ਰਮ ਦੇ ਵਿੱਚ ਮਾਂ-ਬਾਪ ਨੂੰ ਕਿਉਂ ਜਾਣਾ ਪੈਂਦਾ ਆ, ਬੱਚਿਆਂ ਦੇ ਵਿੱਚ ਕਿਉਂ ਉਹਨਾਂ ਦੀ ਆਪਸ ਵਿੱਚ ਡਿਸਪਿਊਟ ਪੈਂਦਾ, ਤੁਹਾਡੀ ਕੀ ਰਾਏ ਹੈ ਇਹਦੇ ਬਾਰੇ? ਮੇਰੀ ਰਾਏ ਇਹਦੇ ਵਿੱਚ ਇਹ ਹੈ ਕਿ ਇਹ ਆਪਣੀ ਆਪਣੀ ਸੋਚ ਦਾ ਫਰਕ ਹੁੰਦਾ ਭਾਜੀ, ਠੀਕ ਹੈ ਨਾ। ਅੱਜ ਕੱਲ੍ਹ ਦੇ ਯੰਗ ਮੁੰਡੇ ਕੁੜੀਆਂ ਦੇ ਮਗਰ ਲੱਗ ਜਾਂਦੇ ਨੇ, ਜਿਉਂ ਕੁੜੀਆਂ ਉਹਨਾਂ ਨੂੰ ਕਹਿੰਦੀਆਂ ਆਪਣੇ ਮਾਂ ਪਿਓ ਉਹ ਭੁੱਲ ਜਾਂਦੇ ਨੇ, ਠੀਕ ਹੈ ਨਾ। ਅਤੇ ਹੁਣ ਇਹ ਆਪਣੀ ਆਪਣੀ ਸੋਚ ਦਾ ਫਰਕ ਹੈ। ਹੁਣ ਜੇ ਤੁਸੀਂ ਮੇਰੇ 'ਤੇ ਲਾਓਗੇ ਅਤੇ ਅਗਰ ਮੈਂ ਵਿਆਹ ਹੁੰਦਾ ਤਾਂ ਮੈਂ ਆਪਣੇ ਮਾਂ ਪਿਓ ਨੂੰ ਕਦੀ ਨਾ ਛੱਡਾਂ ਜੀ, ਠੀਕ ਹੈ ਨਾ। ਇਹ ਬੰਦੇ ਨੂੰ ਹੀ ਮੈਨੇਜ ਕਰਕੇ ਤੁਰਨਾ ਪੈਂਦਾ ਜੀ ਕਿ ਮੈਂ ਆਪਣੀ ਮਾਂ ਨੂੰ ਕਿੱਦਾਂ ਰੱਖਾਂ। ਦੇਖੋ, ਮਾਂ ਪਿਓ ਨੇ ਸਾਨੂੰ ਬਚਪਨ ਤੋਂ ਪਾਲਿਆ ਹੁੰਦਾ ਜੀ, ਠੀਕ ਹੈ ਨਾ, ਠੀਕ ਹੈ ਨਾ। ਹੁਣ ਅੱਗੇ ਜਾ ਕੇ ਸਾਨੂੰ ਹੀ ਉਹਨਾਂ ਦਾ ਖਿਆਲ ਰੱਖਣਾ। ਅਸੀਂ ਇਹ ਨਹੀਂ ਕਿ ਅਸੀਂ ਜਨਾਨੀ ਮਗਰ ਲੱਗ ਜਾਈਏ ਤਾਂ ਆਪਣੇ ਮਾਂ ਪਿਓ ਨੂੰ ਆਸ਼ਰਮ 'ਤੇ ਛੱਡ ਆਈਏ, ਨਹੀਂ, ਠੀਕ ਹੈ। ਜੇ ਅਗਰ ਤੁਹਾਨੂੰ ਲੱਗਦਾ ਡਿਸਟਰੀਬਿਊਟ ਹੋ ਰਿਹਾ ਕੁਛ, ਮਾਂ ਕੁਛ ਕਹਿ ਰਹੀ ਹੈ ਜਾਂ ਤੁਹਾਡੀ ਵਹੁਟੀ ਕੁਛ ਕਹਿ ਰਹੀ ਹੈ, ਤਾਂ ਤੁਸੀਂ ਦੋਨਾਂ ਨੂੰ ਕੰਬਾਈਨ ਕਰਕੇ ਰੱਖੋ, ਠੀਕ ਹੈ। ਜੇ ਵਹੁਟੀ ਨੂੰ ਸਮਝਾ ਦੇ ਕਿ ਅਗਰ ਮੰਮੀ ਕੁਛ ਬੋਲਦੀ ਤਾਂ ਤੂੰ ਥੋੜ੍ਹਾ ਸਹਿ ਲਿਆ ਕਰ, ਜਾਂ ਮੰਮੀ ਨੂੰ ਕਹਿੰਦਾ ਕਿ ਤੂੰ ਜਾਂ ਜ਼ਿਆਦਾ ਨਾ ਬੋਲਿਆ ਕਰ, ਠੀਕ ਹੈ ਨਾ। ਤੁਸੀਂ ਆਪਣੇ 'ਤੇ ਹੈਂਡਲਿੰਗ ਲੈ ਸਕਦੇ ਹੋ ਉਹਨਾਂ ਨੂੰ, ਠੀਕ ਹੈ। ਅਤੇ ਜੇ ਬਹੁਤਾ ਹੋਵੇ ਤਾਂ ਤੁਸੀਂ ਆਪਣੀ ਵਾਈਫ ਨੂੰ ਸਮਝਾ ਕੇ ਰੱਖੋ ਜੀ, ਠੀਕ ਹੈ ਨਾ। ਕਈ ਵਾਰ ਇੱਦਾਂ ਦੀ ਸਿਚੁਏਸ਼ਨ ਪੈਦਾ ਹੋ ਜਾਂਦੀ ਹੈ ਘਰ ਦੇ ਵਿੱਚ ਕਿ ਮਾਂ-ਬਾਪ ਔਰ ਬੱਚਿਆਂ ਦੇ ਵਿੱਚ ਕਾਫੀ ਮਤਲਬ ਡਿਸਪਿਊਟ ਦੇਖਣ ਨੂੰ ਮਿਲਦਾ ਹੁੰਦਾ, ਜਾਂ ਤਾਂ ਬੱਚੇ ਘਰੋਂ ਬਾਹਰ ਹੋ ਜਾਂਦੇ ਆ ਜਾਂ ਮਾਂ-ਬਾਪ ਘਰੋਂ ਬਾਹਰ ਹੋ ਜਾਂਦੇ ਆ। ਕੀ ਇਹ ਕਿੱਥੋਂ ਤੱਕ ਸਹੀ ਗੱਲ ਹੁੰਦੀ? ਵੈਸੇ ਇਹ ਤਾਂ ਗੱਲ ਤਾਂ ਬਹੁਤ ਮਾੜੀ ਹੈ ਕਿ ਮੁੰਡੇ ਚਲੋ ਜਿਉਂ ਵੱਡੇ ਹੁੰਦੇ ਰਹਿੰਦੇ ਆ। ਇਹ ਵੀ ਗੱਲ ਹੁਣ ਤੁਸੀਂ ਦੇਖ ਲਓ, ਕਾਫੀ ਪਰਿਵਾਰਾਂ ਦੇ ਵਿੱਚ ਮੁੰਡੇ ਜਦੋਂ ਵਿਆਹੇ ਜਾਂਦੇ ਨੇ, ਉਹਨਾਂ ਦੇ ਬੱਚੇ ਹੋ ਜਾਂਦੇ ਨੇ ਜਦੋਂ, ਅਤੇ ਉਹ ਚਲੋ ਨਹੀਂ ਮਾਂ ਨਾਲ ਬਣਦੀ ਹੋਣੀ ਤਾਂ ਉਹ ਛੱਡ ਦਿੰਦੇ ਮਾਂ ਪਿਓ ਨੂੰ ਆਪਣੇ। ਵੈਸੇ ਇਹ ਭਾਜੀ ਤਕਰੀਬਨ ਗਲਤ ਹੀ ਗੱਲ ਹੈ। ਵੈਸੇ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਕਿਉਂਕਿ ਮਾਂ ਪਿਓ ਸਾਡੇ ਰੱਬ ਦਾ ਰੂਪ ਨੇ, ਠੀਕ ਹੈ ਨਾ। ਅਤੇ ਮੈਂ ਤਾਂ ਜੇ ਮੈਂ ਹੋਵਾਂ ਤਾਂ ਮੈਂ ਆਪਣੇ ਮਾਂ ਪਿਓ ਨੂੰ ਕਦੀ ਨਾ ਛੱਡਾਂ ਜੀ। ਮੈਂ ਸਦਾ ਰਹੀ ਆਪਣੇ ਕੋਲ ਦਿਲ ਦੇ ਵਿੱਚ ਵਸਾ ਕੇ ਰੱਖਾਂ ਜੀ, ਉਹਨਾਂ ਦੀ ਸੇਵਾ ਕਰਦਾ ਰਹਾਂ। ਇਸ ਸੰਬੰਧ ਵਿੱਚ ਸਾਡੇ ਨਾਲ ਹੋਰ ਵੀ ਪਰਸਨ ਜੁੜੇ ਨੇ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ ਮੈਮ, ਕੀ ਨਾਮ ਹੈ ਆਪਣਾ? ਰਜਨੀ ਸ਼ਰਮਾ। ਮੈਡਮ, ਇੱਦਾਂ ਦੀ ਕਿਹੜੀ ਕੰਡੀਸ਼ਨ ਹੁੰਦੀ ਆ ਕਿ ਜਿੱਦਾਂ ਮਤਲਬ ਮਾਂ-ਬਾਪ ਬੱਚਿਆਂ ਨੂੰ ਪਾਲਦਾ ਵਾ ਅਤੇ ਉਹ ਫਿਰ ਕਿਉਂ ਉੱਥੇ ਜਾ ਕੇ ਆਸ਼ਰਮ ਦੇ ਵਿੱਚ ਰਹਿੰਦਾ ਆ ਅਤੇ ਬੱਚੇ ਵੀ ਨਹੀਂ ਉਹਨਾਂ ਦੀ ਕੋਈ ਸਾਰ ਲੈਂਦੇ? ਇਹੋ ਜਿਹੀ ਕਿਉਂ ਕੰਡੀਸ਼ਨ ਪੈਦਾ ਹੁੰਦੀ ਹੈ? ਮੇਰੇ ਖਿਆਲ ਨਾਲ ਤਾਂ ਸਭ ਤੋਂ ਵੱਡੀ ਗੱਲ ਤਾਂ ਬੱਚਿਆਂ ਦੀ ਅੰਡਰਸਟੈਂਡਿੰਗ ਹੈ। ਮੈਨੂੰ ਇਹ ਨਹੀਂ ਸਮਝ ਆਉਂਦਾ, ਜਦ ਮਾਂ ਪਿਓ ਆਪਣੇ ਬੱਚੇ ਨੂੰ ਛੋਟੇ ਤੋਂ ਲੈ ਕੇ ਵੱਡੇ ਤੱਕ ਪਾਲਦੇ ਆ, ਉਹਨਾਂ ਦੀ ਹਰ ਚੀਜ਼ ਨੂੰ, ਹਰ ਜ਼ਰੂਰਤ ਨੂੰ ਸਮਝਦੇ ਹੈ, ਤਾਂ ਉੱਥੇ ਬੱਚਿਆਂ ਦਾ ਵੀ ਫਰਜ਼ ਬਣਦਾ। ਆਖਿਰ ਉਹ ਛੋਟੇ ਤੋਂ ਉਹਨਾਂ ਦੇ ਨਾਲ ਰਹੇ ਹੁੰਦੇ ਹੈ ਕਿ ਉਹਨਾਂ ਦੇ ਮਾਂ ਪਿਓ ਨੂੰ ਅੱਛਾ ਲੱਗਦਾ ਹੈ ਕਿ ਨਹੀਂ। ਜੇ ਇੱਕ ਬੱਚਾ ਰਹਿੰਦਾ ਹੈ ਤਾਂ ਮਾਂ ਪਿਓ ਦਾ ਵੀ ਓਨਾ ਹੀ ਰੋਲ ਹੁੰਦਾ ਉਸ ਦੇ ਵਿੱਚ। ਇਸ ਕਰਕੇ ਮੇਰੇ ਹਿਸਾਬ ਨਾਲ ਬੱਚਿਆਂ ਨੂੰ ਨਾ ਆਪਣੇ ਮਾਂ ਪਿਓ ਨੂੰ ਸਮਝਣਾ ਚਾਹੀਦਾ ਹੈ, ਕਿਉਂਕਿ ਜਿੱਥੇ ਬੱਚਾ ਨਹੀਂ ਨਾ ਸਮਝਦਾ ਉੱਥੇ ਮਾਂ ਪਿਓ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ। ਉੱਥੇ ਉਹ ਨਹੀਂ ਰਹਿਣਾ ਪਸੰਦ ਕਰਦੇ ਕਿਉਂਕਿ ਉਹ ਦਿਲੋਂ ਖੁਸ਼ ਨਹੀਂ ਹੁੰਦੇ ਉਸ ਚੀਜ਼ ਤੋਂ। ਇਸ ਲਈ ਉਹਨਾਂ ਨੂੰ ਦੇਖਣਾ ਚਾਹੀਦਾ ਉਹਨਾਂ ਦੇ ਮਾਂ ਪਿਓ ਨੂੰ ਕੀ ਅੱਛਾ ਲੱਗਦਾ, ਕੀ ਚਾਹੀਦਾ ਹੈ, ਕਿੱਦਾਂ ਉਹ ਰਹਿੰਦੇ ਨੇ। ਕਿਉਂਕਿ ਹਰ ਮਾਂ ਪਿਓ ਆਪਣੀ ਹਰ ਖੁਆਇਸ਼ ਨੂੰ ਮਾਰ ਕੇ ਆਪਣੇ ਬੱਚੇ ਨੂੰ ਪਾਲਦਾ, ਅਤੇ ਜੇ ਵੱਡੇ ਹੋ ਕੇ ਵੀ ਬੱਚਾ ਉਹਨਾਂ ਦੀ ਇੱਕ ਵੀ ਖੁਆਇਸ਼ ਦੇ ਅਕੋਰਡਿੰਗ ਨਹੀਂ ਜਾਂਦਾ, ਨਹੀਂ ਪੂਰੀ ਕਰ ਪਾਉਂਦਾ ਨਾ, ਤਾਂ ਇਸ ਹਿਸਾਬ ਨਾਲ ਉਹ ਬੱਚੇ ਦੇ ਨਾਲ ਐਡਜਸਟ ਨਹੀਂ ਕਰ ਪਾਉਂਦੇ। ਅਤੇ ਕਈ ਲੋਕਾਂ ਦਾ ਇੱਦਾਂ ਹੁੰਦਾ ਹੈ ਕਿ ਵਿਆਹ ਹੋ ਜਾਂਦਾ ਹੈ ਤਾਂ ਉਹ ਘਰ ਵਾਲੀਆਂ ਦੇ ਹੋ ਜਾਂਦੇ ਨੇ, ਅਤੇ ਘਰ ਵਾਲੀਆਂ ਆਪਣੇ ਮਾਂ ਪਿਓ ਨੂੰ ਛੱਡ ਕੇ ਅੱਗਿਓਂ ਸੱਸ ਸਹੁਰਿਆਂ ਨਾਲ ਨਹੀਂ ਐਡਜਸਟ ਕਰਦੀਆਂ। ਇੱਥੇ ਉਹਨਾਂ ਦੀ ਵੀ ਉਹ ਫਿਰ ਕਿਉਂ ਇੱਦਾਂ ਦੀ ਕੰਡੀਸ਼ਨ ਕਿਉਂ ਪੈਦਾ ਹੁੰਦੀ ਹੈ ਘਰ ਦੇ ਵਿੱਚ ਕਿ ਜਿਹੜਾ ਮਤਲਬ ਇਹ ਸਿਚੁਏਸ਼ਨ ਪੈਦਾ ਹੁੰਦੀ ਹੈ? ਇੱਥੇ ਸਭ ਤੋਂ ਵੱਡੀ ਗਲਤੀ ਤਾਂ ਕੁੜੀ ਦੇ ਪੇਕਿਆਂ ਦੀ ਹੁੰਦੀ ਮੇਰੇ ਕਹਿਣ ਦੇ ਮੁਤਾਬਿਕ, ਕਿਉਂਕਿ ਜਦੋਂ ਪੇਕੇ ਜ਼ਿਆਦਾ ਇੰਟਰਫੇਅਰ ਕਰਨ ਲੱਗ ਜਾਣ ਨਾ ਸਹੁਰਿਆਂ 'ਚ, ਤਾਂ ਉਹ ਕੁੜੀਆਂ ਹਮੇਸ਼ਾ ਪੇਕਿਆਂ ਦੀ ਰਹਿੰਦੀਆਂ, ਸਹੁਰਿਆਂ 'ਚ ਕਦੇ ਨਹੀਂ ਵੱਸਦੀਆਂ। ਇਸ ਲਈ ਜੇ ਤਾਂ ਕੁੜੀ ਵਿਆਹ ਹੋ ਜਾਂਦੀ ਹੈ ਨਾ, ਤਾਂ ਉਹਨੂੰ ਹਮੇਸ਼ਾ ਪੇਕਾ ਘਰ ਛੱਡ ਕੇ ਸਹੁਰਿਆਂ ਦਾ ਹੋ ਕੇ ਰਹਿਣਾ ਪੈਂਦਾ, ਅਤੇ ਉਹਨਾਂ ਦਾ ਹੀ ਹੋ ਕੇ ਰਹਿਣਾ ਚਾਹੀਦਾ ਹੈ। ਉਹੀ ਕੁੜੀ ਸਫਲ ਹੋ ਸਕਦੀ, ਉਹੀ ਸਕਸੈਸ ਹੈ ਲਾਈਫ ਵਿੱਚ। ਹਾਂਜੀ, ਜਿੱਥੇ ਉਹ ਇੱਦਾਂ ਨਹੀਂ ਨਾ ਹੁੰਦੀ, ਜਿੱਥੇ ਉਹ ਪੇਕਿਆਂ ਨੂੰ ਵਿੱਚ ਲਿਆਏਗੀ, ਅਤੇ ਉੱਥੇ ਹਮੇਸ਼ਾ ਮੇਰੇ ਹਿਸਾਬ ਨਾਲ ਨਾ ਕਲੇਸ਼ ਹੀ ਹੋਏਗਾ, ਅਤੇ ਉੱਥੇ ਕੋਈ ਸੱਸ ਸਹੁਰਾ ਬਸਣਾ ਨਹੀਂ ਚਾਹੇਗਾ। ਮੈਡਮ, ਬਹੁਤ ਵਧੀਆ ਸੋਚ ਹੈ ਤੁਹਾਡੀ। ਹੋਰ ਵੀ ਸਾਡੇ ਨਾਲ ਸ਼ਖਸ ਨੇ, ਉਹਨਾਂ ਦੀ ਵੀ ਰਾਏ ਲੈਂਦੇ ਹਾਂ ਆਪਾਂ। ਭਾਜੀ, ਕੀ ਮਤਲਬ ਜਿਹੜੀ ਸਿਚੁਏਸ਼ਨ ਇੱਦਾਂ ਦੀ ਕਿਉਂ ਬਣਦੀ ਹੈ ਕਿ ਘਰ ਦੇ ਵਿੱਚ ਜਦੋਂ ਬੱਚਿਆਂ ਨੂੰ ਜਾਂ ਮਾਂ ਬਾਪ ਨੂੰ ਅਲੱਗ-ਅਲੱਗ ਹੋਣਾ ਪੈਂਦਾ?
ਭਾਜੀ ਮੇਨ ਤਾਂ ਇਦਾਂ ਹੁੰਦਾ ਜਿਹਦਾ ਦੇਖੋ ਆਪਣੀ ਆਪਣੀ ਸੋਚ ਹੁੰਦੀ ਹੈ, ਠੀਕ ਹੈ ਨਾ। ਅਗਲਾ ਜਦੋਂ ਚੇਂਜ ਵੈਸੇ ਬੰਦਾ ਨਾ ਜਨਾਨੀ ਤੋਂ ਬਾਅਦ ਹੀ ਹੋ ਜਾਂਦਾ ਵਾ। ਉਹਨੂੰ ਇਹ ਨਹੀਂ ਦੇਖਦਾ ਕਿ ਆਪਣੇ ਘਰ ਦੇ ਜਿਹੜੇ ਬਚਪਨ ਤੋਂ ਆਪਾਂ ਨੂੰ ਪਾਲਿਆ ਵਾ ਉਹਨਾਂ ਨੂੰ ਦੇਖਣਾ ਚਾਹੀਦਾ ਵਾ। ਜਦੋਂ ਜਨਾਨੀਆਂ ਕਹਿੰਦੀ ਉੱਦਾਂ ਉੱਦਾਂ ਕਰਦੇ ਰਹਿੰਦੇ, ਪਰ ਕਈ ਸਹੀ ਵੀ ਹੁੰਦੀ ਜਨਾਨੀਆਂ ਜਿਹੜੇ ਆਪਣੇ ਹਿਸਾਬ ਨਾਲ ਟੱਲ ਪੈਂਦੀਆਂ। ਕਈ ਇੱਦਾਂ ਹੁੰਦੇ ਜਿੱਦਾਂ ਹੁਣ ਕਈ ਆਪਣੇ ਘਰ ਦੇ ਵੀ ਇਹ ਨਹੀਂ ਆਪਾਂ ਸਾਰਾ ਜੋਸ਼ ਕਿ ਉਹਨਾਂ 'ਚ ਹੀ ਕੱਢਾਂਗੇ ਆਪਣੀ ਵਾਈਫ 'ਚ। ਕਈ ਘਰ ਦੇ ਵੀ ਹੁੰਦੇ ਕਿ ਘਰ ਦੀ ਅਨਬਨ ਨਹੀਂ ਮੰਨਦੇ। ਇਹ ਤਾਂ ਸਾਡੇ ਆਪਸ 'ਚ ਹੁੰਦਾ ਕਿ ਆਪਾਂ ਨੂੰ ਆਪਸ 'ਚ ਦੋਨਾਂ ਨੂੰ ਕਿੱਦਾਂ ਮਿਲਾ ਕੇ ਰਹਿਣਾ ਚਾਹੀਦਾ ਵਾ। ਨਹੀਂ ਤਾਂ ਕਈ ਤਾਂ ਇਹ ਹੁੰਦੇ ਕਿ ਜਨਾਨੀ ਜਿਹੜਾ ਗੁਲਾਮ ਬਣ ਜਾਂਦੇ ਆਪਣੇ ਹਸਬੈਂਡ ਦਾ, ਅਤੇ ਜਿੱਦਾਂ ਇੱਦਾਂ ਜਨਾਨੀ ਕਹੂਗੀ ਉੱਦਾਂ ਦਾ ਹਸਬੈਂਡ ਕਰਦਾ ਰਹਿੰਦਾ ਵਾ। ਅਤੇ ਇੱਦਾਂ ਕਰਨਾ ਨਹੀਂ ਚਾਹੀਦਾ ਵੈਸੇ ਆਪਣੀ ਥਿੰਕਿੰਗ ਦੇ ਹਿਸਾਬ ਨਾਲ, ਕਿਉਂਕਿ ਦੇਖੋ ਜਿਨ੍ਹਾਂ ਨੇ ਆਪਾਂ ਨੂੰ ਪਾਲਿਆ ਵਾ, ਠੀਕ ਹੈ ਨਾ, ਆਪਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਪਹਿਲੇ ਫਸਟਲੀ ਉਹ ਹੈ। ਹੁਣ ਜਿੱਦਾਂ ਹੁਣ ਆਪਾਂ ਅੱਗੇ ਸਾਡੇ ਬੱਚੇ ਵੀ ਉਹਨਾਂ ਦੇ ਬੱਚੇ ਵੀ ਹੋਣਗੇ, ਜੇ ਉਹ ਉਹਨਾਂ ਨਾਲ ਕਰਨਗੇ ਫਿਰ ਇੱਦਾਂ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਇੱਦਾਂ ਇੱਦਾਂ ਹੋਵੇ। ਫਿਰ ਕਈ ਵਾਰ ਦੇਖਿਆ ਜਾਂਦਾ ਕਿ ਘਰਾਂ ਦੇ ਵਿੱਚ ਦੋ ਮਤਲਬ ਚਾਹੇ ਬੇਟੇ ਹੋਣ ਜਾਂ ਮੰਨ ਲਓ ਦੋ ਭੈਣ ਭਰਾ ਹੋਣ, ਉਹਨਾਂ ਦੇ ਵਿੱਚੋਂ ਇੱਕ ਦੀ ਹੀ ਸੁਣਵਾਈ ਹੁੰਦੀ ਆ, ਦੂਸਰੇ ਨੂੰ ਗਲਤ ਸਮਝਿਆ ਜਾਂਦਾ ਆ, ਉਹ ਵੀ ਇੱਕ ਘਰ 'ਚ ਬਹੁਤ ਵੱਡਾ ਡਿਸਪਿਊਟ ਬਣਦਾ ਆ। ਭਾਜੀ ਇੱਦਾਂ ਤਾਂ ਸਾਰੀ ਫੈਮਿਲੀ 'ਚ ਹੁੰਦਾ। ਇੱਧਰ ਤਾਂ ਮੇਰੀ ਫੈਮਿਲੀ 'ਚ ਵੀ ਇੱਦਾਂ ਦੋ ਅਸੀਂ ਭਰਾ ਵਾ, ਮੈਨੂੰ ਵੀ ਇੱਦਾਂ ਹੀ ਲੱਗਦਾ ਵਾ ਚਲੋ ਵੱਡੇ ਪਿਆਰ ਨੂੰ, ਪਰ ਇੱਦਾਂ ਨਹੀਂ ਹੁੰਦਾ ਵਾ। ਕਿਉਂਕਿ ਐਕਚੁਅਲੀ ਪਤਾ ਕਿ ਜੋ ਵੱਡੇ ਘਰ ਦੇ ਹੁੰਦੇ ਨਾ, ਵੱਡਾ ਭਰਾ ਹੁੰਦਾ, ਕਈ ਜਾਣੇ ਸੋਚਦੇ ਕਿ ਘਰ ਦੇ ਕਿ ਛੋਟੇ ਭਰਾ ਨੂੰ ਪਿਆਰ ਕਰਦੇ, ਕੋਈ ਸੋਚਦੇ ਵੱਡਾ ਥਿੰਕਿੰਗ ਹੁੰਦੀ ਆ। ਪਹਿਲੇ ਮੈਨੂੰ ਵੀ ਇੱਦਾਂ ਹੀ ਲੱਗਦਾ ਸੀ ਮੇਰੇ ਘਰ ਦੇ ਕਿ ਵੱਡੇ ਭਰਾ ਨੂੰ ਪਿਆਰ ਕਰਦੇ, ਪਰ ਇੱਦਾਂ ਕੁਛ ਨਹੀਂ ਹੁੰਦਾ ਭਾਈ, ਦੋਨਾਂ ਨੂੰ ਸੇਮ ਹੀ ਕਰਦਾ ਵਾ। ਇਹ ਹੁੰਦਾ ਕਿ ਆਪਣੇ ਜਿਹੜੇ ਪਿੰਡ ਬੰਦੇ ਥਿੰਕਿੰਗ ਆਪਣੇ 'ਚ ਹੁੰਦੀ ਕਿ ਬੰਦਾ ਕੀ ਸੋਚਦਾ ਵਾ ਇਹਨਾਂ ਬਾਰੇ। ਇਹ ਹੈ ਕਿ ਬੰਦੇ ਨੂੰ ਥਿੰਕਿੰਗ ਪੋਜ਼ਿਟਿਵ ਹੀ ਰੱਖਣੀ ਚਾਹੀਦੀ ਵਾ, ਉਹਦੇ ਨਾਲ ਨਹੀਂ ਹੁੰਦਾ। ਬਾਕੀ ਤਾਂ ਮੇਨ ਸਰ ਉਹੀ ਹੁੰਦਾ ਜਿਹੜਾ ਤੁਸੀਂ ਕਹਿੰਦੇ ਜਿਹਦਾ ਵਾਈਫ ਆ ਜਾਵੇ ਤਾਂ ਉਹਦੇ ਬੰਦੇ ਨੂੰ ਆਪ ਚੇਂਜ ਨਹੀਂ ਹੋਣਾ, ਸਗੋਂ ਵਾਈਫ ਨੂੰ ਚੇਂਜ ਕਰਨਾ ਚਾਹੀਦਾ ਕਿ ਤੂੰ ਆਪਣੇ ਜਿੱਦਾਂ ਉੱਦਾਂ ਘਰ 'ਚ ਰਹਿੰਦੀ ਉਹ ਹੀ ਘਰ 'ਚ ਇੱਦਾਂ ਰਹਿ, ਕਿ ਤੂੰ ਆਪਣਾ ਘਰ ਸਮਝ ਕੇ ਰਹਿ। ਫਿਰ ਤਾਂ ਗੱਲ ਹੀ ਨਹੀਂ ਹੋਊਗੀ ਕਦੀ ਭੇਜਣ ਵਾਲੀ ਕੋਈ ਵੀ। ਗੱਲ ਕੀਤੀ ਜਾਵੇ ਬਿਰਧ ਆਸ਼ਰਮ ਦੀ, ਬਿਰਧ ਆਸ਼ਰਮ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਹੋਣੇ ਚਾਹੀਦੇ ਆ ਜਾਂ ਨਹੀਂ ਹੋਣੇ ਚਾਹੀਦੇ? ਸਰ ਦੇਖੋ ਬਿਰਧ ਆਸ਼ਰਮ ਤਾਂ ਵੈਸੇ ਹੋਣੇ ਹੀ ਚਾਹੀਦੇ ਆ, ਕਿਉਂਕਿ ਦੇਖੋ ਹੁਣ ਜਿੱਦਾਂ ਮੇਰੀ ਥਿੰਕਿੰਗ ਪੂਰੀ ਸਾਰੇ ਦੀ ਮੇਰੇ ਵਰਗੇ ਥਿੰਕਿੰਗ ਤਾਂ ਹੋ ਨਹੀਂ ਸਕਦੀ। ਹੁਣ ਮੇਰੀ ਥਿੰਕਿੰਗ ਹਰੇਕ ਬੰਦੇ ਦੀ ਹਰੇਕ ਯੂਨੀਕ ਥਿੰਕਿੰਗ ਹੁੰਦੀ ਹੈ। ਹੁਣ ਤੁਸੀਂ ਕੀ ਸੋਚਦੇ ਹੋ, ਠੀਕ ਹੈ, ਮੇਰੀ ਕੀ, ਹੁਣ ਮੈਂ ਤੁਹਾਨੂੰ ਸਮਝਾ ਦੂੰਗਾ ਤੇ ਮੇਰੇ ਕਹਿਣ ਨਾਲ ਚੱਲੂਗਾ, ਐਂਡ ਤੇ ਤੁਸੀਂ ਮੰਨੀ ਤਾਂ ਆਪਣੀ ਹੈ। ਇਸ ਹਿਸਾਬ ਨਾਲ ਵੈਸੇ ਹੋਣੀ ਚਾਹੀਦੀ ਆ, ਕਿਉਂਕਿ ਕਈਆਂ ਦੀ ਅਲੱਗ ਸੋਚ ਹੁੰਦੀ, ਕਈਆਂ ਦੀ ਅਲੱਗ ਸੋਚ ਨਹੀਂ। ਵੈਸੇ ਤਾਂ ਮੈਂ ਇਹ ਸੋਚਣਾ ਚਾਹੀਦਾ ਬਿਰਧ ਆਸ਼ਰਮ ਦੇ ਹੋਣਾ ਨਹੀਂ ਚਾਹੀਦਾ ਵੈਸੇ ਤਾਂ, ਕਿਉਂਕਿ ਅੱਜ ਦੇ ਹਿਸਾਬ ਨਾਲ ਤੁਹਾਨੂੰ ਪਤਾ ਕਲਯੁੱਗ ਹੈਗਾ, ਸਭ ਕੁਛ ਹੈ, ਤੇ ਬਿਰਧ ਆਸ਼ਰਮ ਵੀ ਹੋਣੇ ਹੀ ਚਾਹੀਦੇ ਆ। ਬਿਰਧ ਆਸ਼ਰਮ ਦੇ ਵਿੱਚ ਜਦੋਂ ਬੰਦਾ ਚਲੇ ਜਾਂਦਾ ਆ ਉਦੋਂ ਜਾਂਦਾ ਆ ਕਿ ਜਦੋਂ ਉਹਦੇ ਕੋਲ ਕੁਝ ਵੀ ਨਹੀਂ ਰਹਿੰਦਾ, ਠੀਕ ਹੈ ਜੀ। ਉਸ ਟਾਈਮ ਉਹ ਸਹਾਰਾ ਭਾਲਦਾ ਕਿ ਮੈਨੂੰ ਕੀ ਰਹਿਣ ਨੂੰ ਛੱਤ ਹੋਵੇ ਤੇ ਖਾਣ ਨੂੰ ਰੋਟੀ ਹੋਵੇ। ਤੇ ਜਦੋਂ ਉਹ ਕੰਮ ਕਰਦਾ ਹੁੰਦਾ ਆ ਉਦੋਂ ਉਹਦੇ ਦਿਮਾਗ ਦੇ ਵਿੱਚ ਇਹ ਗੱਲਾਂ ਕਿਉਂ ਨਹੀਂ ਆਉਂਦੀਆਂ ਕਿ ਮੈਂ ਆਪਣੇ ਲਈ, ਮੈਂ ਬੁੱਢਾ ਵੀ ਹੋਣਾ ਹੈ, ਮੈਂ ਆਪਣੇ ਲਈ ਪਹਿਲੀ ਸੇਵਿੰਗ ਕਰਕੇ ਰੱਖਾਂ ਇੰਨੀ? ਸਰ ਐਕਚੁਅਲੀ ਪਤਾ ਕੀ ਹੁੰਦਾ, ਜਿਹੜੇ ਅੱਜ ਕੱਲ੍ਹ ਦੇ ਤੁਹਾਨੂੰ ਪਤਾ ਨੌਜਵਾਨ ਪੀੜ੍ਹੀ ਹੁੰਦੀ, ਉਹਨਾਂ ਨੂੰ ਇਹ ਲੱਗਦਾ ਆਪਣੇ ਘਰ ਦੇ ਨੂੰ ਕਿ ਮੇਰਾ ਜਿਹੜਾ ਐਂਡਲਾ ਸਹਾਰਾ ਮੇਰੇ ਘਰ ਮੁੰਡੇ ਹੀ ਹੈ, ਜੋ ਵੀ ਕਰਨਗੇ, ਜਿੱਦਾਂ ਹੁਣ ਮੈਂ ਉਹਨਾਂ ਨੂੰ ਪਾਲਿਆ। ਪਰ ਅੱਜ ਕੱਲ੍ਹ ਦੀ ਜਿਹੜੀ ਪੀੜ੍ਹੀ ਉਹ ਨਹੀਂ ਸੋਚਦੀ ਨਾ, ਜਿੱਦਾਂ ਸਾਡੇ ਵਰਗੇ ਨੌਜਵਾਨ ਹੈ, ਕਈ ਸੋਚ ਥਿੰਕਿੰਗ ਆਪਾਂ ਤਾਂ ਇਹ ਸੋਚ, ਆਪਾਂ ਇਸ ਟਾਈਮ ਤੇ ਆਪਾਂ ਇਹ ਸੋਚਣਾ ਕਿ ਹਾਂਜੀ ਹਾਂਜੀ ਪਾਲਾਂਗੇ, ਪਰ ਜਦੋਂ ਕੋਈ ਆ ਜਾਂਦਾ ਲਾਈਫ 'ਚ ਜਾਂ ਇਹ ਹੁੰਦਾ ਕਿ ਤੁਹਾਨੂੰ ਨੈਗੇਟਿਵਿਟੀ ਕਰ ਦਿੰਦਾ, ਠੀਕ ਹੈ। ਇਹ ਆਪਣੇ ਡਿਪੈਂਡ ਦਾ ਆਪਾਂ ਪੋਜ਼ਿਟਿਵ ਰੱਖਣਾ ਚਾਹੀਦਾ ਵਾ, ਇਸ ਕਰਕੇ ਉਹ ਸੋਚਦੇ ਨਹੀਂ। ਉਹ ਘਰ ਦੇ ਸੋਚਦੇ ਕਿ ਚਲੋ ਇਹ ਸਾਡਾ ਸਹਾਰਾ ਹੀ ਬਣਨਗੇ, ਪਰ ਅੱਜ ਕੱਲ੍ਹ ਤੁਹਾਨੂੰ ਪਤਾ ਕਈ ਜਣੇ ਨਹੀਂ ਸੋਚਦੇ, ਕਈ ਜਣੇ ਸੋਚਦੇ। ਇਸ ਕਰਕੇ ਫਿਰ ਉਹਨਾਂ ਨੂੰ ਪਹਿਲੇ ਮੇਰੀ ਤਾਂ ਥਿੰਕਿੰਗ ਹੈ ਵੀ ਸੋਚਣਾ ਚਾਹੀਦਾ, ਆਪਣੀ ਸੇਵਿੰਗ ਉਹਨਾਂ ਨੂੰ ਕਰਨੀ ਚਾਹੀਦੀ ਵਾ ਅਤੇ ਆਪਣਾ ਹੀ ਰੱਖਣਾ ਚਾਹੀਦਾ ਵਾ। ਕਿਉਂਕਿ ਅੱਜ ਦੇ ਟਾਈਮ 'ਚ, ਕਿਉਂਕਿ ਅੱਜ ਦੇ ਟਾਈਮ 'ਚ ਤੁਹਾਨੂੰ ਪਤਾ ਵਾ ਘਰਦਿਆਂ ਨੂੰ, ਹੁਣ ਅੱਜ ਕੱਲ੍ਹ ਇਹੀ ਚੱਲਦਾ ਰਹਿੰਦਾ ਟੀਵੀ ਟੂਵੀ 'ਚ ਹਰੇਕ 'ਚ ਕਿ ਭੇਜ ਦਿੰਦੇ ਆਸ਼ਰਮ, ਉਹ ਭੇਜਦੇ ਨੇ। ਹੁਣ ਅੱਜ ਦੀ ਵੈਸੇ ਜਨਰੇਸ਼ਨ ਜੋ ਵੀ ਹਿਸਾਬ ਨਾਲ ਆ, ਮਾਂ ਪਿਓ ਨੂੰ ਇਹ ਸੋਚਣਾ ਚਾਹੀਦਾ ਆਪਣੇ ਪੈਸੇ, ਕਿਉਂਕਿ ਅਸੀਂ ਵੀ ਮਾਂ ਪਿਓ ਬਣਨਾ ਵਾ, ਠੀਕ ਹੈ, ਅਤੇ ਸਾਨੂੰ ਵੀ ਇਹ ਸੋਚਣਾ ਚਾਹੀਦਾ ਅੱਗੇ ਆਪਣੇ ਲਈ ਵੀ ਜਮ੍ਹਾਂ ਕਰਕੇ ਰੱਖਣਾ ਚਾਹੀਦਾ। ਅੱਜ ਦੀ ਮੈਂ ਨੌਜਵਾਨ ਨੂੰ ਇਹ ਕਹੂੰਗਾ, ਫਿਰ ਲੋੜ ਨਹੀਂ ਪਊਗੀ ਉਹਨਾਂ ਨੂੰ ਅੱਗੇ। ਜਿਹੜੇ ਆਸ਼ਰਮਾਂ ਦੇ ਵਿੱਚ ਜਾ ਕੇ ਰਹਿਣਾ ਪੈਂਦਾ ਵਾ, ਇਹੋ ਜਿਹੀ ਕਿਹੜੀਆਂ ਕੰਡੀਸ਼ਨਾਂ ਹੁੰਦੀਆਂ ਨੇ? ਇਹੋ ਜਿਹੀ ਕੰਡੀਸ਼ਨ ਇਹੀ ਹੈ ਵੀ ਬਈ ਘਰ 'ਚ ਉਹ ਆਪਦਾ ਸੁਭਾਅ ਬਦਲਦੇ ਨਹੀਂ ਹੈਗੇ, ਅਤੇ ਫਿਰ ਆਸ਼ਰਮ 'ਚ ਚਲੇ ਜਾਂਦੇ ਨੇ ਜਾਂ ਕਿਸੇ ਬਿਰਧ ਜਿਹੜਾ ਪੈਲਸ ਹੁੰਦਾ ਉੱਥੇ ਚਲੇ ਜਾਂਦੇ ਨੇ, ਉੱਥੇ ਸਾਲ ਕੁ ਰਹਿੰਦੇ ਨੇ, ਫਿਰ ਉੱਥੇ ਤੰਗ ਪਰੇਸ਼ਾਨ ਹੁੰਦੇ ਵੀ ਬੱਚਿਆਂ ਤੋਂ ਪਰੇ ਹੋ ਕੇ, ਅਤੇ ਬੱਚਿਆਂ ਦੀ ਉਹਨੂੰ ਯਾਦ ਆਉਂਦੀ ਹੈ, ਉਸ ਤੋਂ ਵੀ ਤੰਗ ਹੁੰਦੇ ਆ, ਕਿਉਂਕਿ ਸੁਭਾਅ ਉਹਨਾਂ ਦਾ ਐਡਜਸਟ ਨਹੀਂ ਕਰ ਪਾਉਂਦਾ। ਇਸ ਲਈ ਉਹ ਘਰ ਵੀ ਦੁਖੀ ਆ ਅਤੇ ਆਸ਼ਰਮ ਵਿੱਚ ਵੀ ਦੁਖੀ ਆ। ਜਿਹੜੀ ਓਲਡ ਏਜ ਹੈ, ਇਹ 'ਚ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਉਹ ਉਹਨੂੰ ਪਰੇਸ਼ਾਨ ਕਰਦੀਆਂ ਨੇ। ਸੋ ਇਹੀ ਮੇਰੀ ਰਾਏ ਹੈ। ਅੰਕਲ ਜਿਵੇਂ ਉਹਨਾਂ ਨੂੰ ਮਤਲਬ ਬੱਚਿਆਂ ਦੇ ਹਿਸਾਬ ਦੇ ਨਾਲ ਹੀ ਚੇਂਜ ਹੋਣਾ ਚਾਹੀਦਾ ਥੋੜ੍ਹਾ ਜਿਹਾ, ਆਪਣੀ ਮਤਲਬ ਥੋੜ੍ਹੀ ਈਗੋ ਆਪਣੀ ਵੀ ਤਿਆਗਣੀ ਪੈਣੀ ਪੈਣੀ ਹੈ, ਪਰ ਹੁੰਦੇ ਨਹੀਂ ਚੇਂਜ। ਉਹ ਬੱਚਿਆਂ ਨੂੰ ਸਮਝਾਉਂਦੇ ਵੀ ਆ ਅਤੇ ਉਹ ਸਮਝਦੇ ਨਹੀਂ, ਉਹਦੇ ਨਾਲ ਉਹਨਾਂ ਦਾ ਝਗੜਾ ਹੁੰਦਾ। ਅੱਗੇ ਫਿਰ ਡਿਸਟ੍ਰੀਬਿਊਟ ਜਿਹੜਾ ਵੱਧ ਜਾਂਦਾ, ਬੱਚਿਆਂ ਦੇ ਵਿੱਚ ਬੇਤਫਾਕੀ ਪਾ ਦਿੰਦੇ ਨੇ ਅਤੇ ਬੱਚੇ ਫਿਰ ਕਚਹਿਰੀਆਂ 'ਚ ਤੁਰੇ ਫਿਰਦੇ ਨੇ। ਆ ਜਿਹੜੀ ਵਸੀਅਤ ਐਰਾ ਵਗੈਰਾ ਇੱਥੋਂ ਹੀ ਰੈਵੋਲਿਊਸ਼ਨ ਆ। ਸੋ ਇਸ ਲਈ ਇਹ ਬਜ਼ੁਰਗ ਜਿਹੜੇ ਆ ਖੁਦ ਜ਼ਿੰਮੇਵਾਰ ਆ, ਇਹਨਾਂ ਨੇ ਆਪਣੇ ਆਪ ਨੂੰ ਢਾਲਿਆ ਨਹੀਂ ਹੈਗਾ। ਸੋ ਬੱਚਿਆਂ ਨਾਲ ਲੜ ਪੈਂਦੇ ਆ, ਉਹ ਪ੍ਰਾਪਰਟੀ ਜਿਹੜੀ ਆ ਅਨਈਵਨ ਡਿਸਟਰੀਬਿਊਸ਼ਨ ਹੋਣ ਕਰਕੇ ਬੱਚਿਆਂ 'ਚ ਝਗੜਾ ਫਿਰਦਾ, ਉਹ ਕਚਹਿਰੀਆਂ 'ਚ ਤੁਰੇ ਫਿਰਦੇ ਨੇ, ਉਹਨਾਂ ਦੀ ਉਮਰ ਵੀ ਉੱਥੇ ਲੰਘ ਜਾਂਦੀ ਹੈ। ਨਹੀਂ ਬਹੁਤ ਵਧੀਆ ਗੱਲ ਆ। ਪਰ ਅੰਕਲ ਕਈ ਵਾਰ ਆਪਾਂ ਨੂੰ ਇੱਦਾਂ ਦਾ ਦੇਖਣਾ ਪੈਂਦਾ ਕਿ ਕਈ ਬੱਚੇ ਹੁੰਦੇ ਆ ਕਿ ਮਤਲਬ ਮਾਂ-ਬਾਪ ਦੇ ਨਾਲ ਰਹਿਣਾ ਚਾਹੁੰਦੇ ਆ ਅਤੇ ਉਹ ਮਤਲਬ ਕੋਈ ਫੈਮਿਲੀ ਇੱਦਾਂ ਦੀ ਡਿਸਪਿਊਟ ਹੋ ਜਾਂਦੀ ਹੈ, ਜਾਂ ਤਾਂ ਉਹਨਾਂ ਨੂੰ ਅਲੱਗ ਰਹਿਣਾ ਪੈਂਦਾ ਵਾ, ਜਾਂ ਮਤਲਬ
ਇੱਕ ਅਲੱਗ-ਅਲੱਗ ਕਹਿ ਦਿੰਦੇ, ਪਾਰਟੀਸ਼ਨ ਕਰ ਦਿੰਦੇ ਆ ਘਰ ਦੇ ਵਿੱਚ ਹੀ ਵੀ ਤੁਸੀਂ ਅਲੱਗ ਬਣਾ ਲਓ, ਅਸੀਂ ਅਲੱਗ ਬਣਾ ਲੈਂਦੇ ਆ। ਇਦਾਂ ਦੀਆਂ ਸਿਚੁਏਸ਼ਨ, ਇਦਾਂ ਦੀਆਂ ਕੰਡੀਸ਼ਨਾਂ ਕਿਉਂ ਪੈਦਾ ਹੁੰਦੀਆਂ ਨੇ? ਦੇਖੋ, ਅਗਰ ਇਹ ਸਿਚੁਏਸ਼ਨ, ਇਹ ਕੰਡੀਸ਼ਨਾਂ ਪੈਦਾ ਹੋ ਜਾਂਦੀਆਂ ਨੇ, ਕੋਈ ਮਾੜੀਆਂ ਨਹੀਂ ਹੈਗੀਆਂ। ਤੁਸੀਂ ਇੱਕ ਘਰ 'ਚ ਰਹਿੰਦੇ ਹੋ ਅਤੇ ਇੱਕ ਕੈਂਪਸ ਵਿੱਚ ਰਹਿੰਦੇ ਹੋ, ਜੇ ਤੁਸੀਂ ਅੱਡ ਵੀ ਰਹਿੰਦੇ ਹੋ ਜਾਂ ਜਿਵੇਂ ਵੀ ਆ, ਕਈ ਚੀਜ਼ਾਂ ਅੱਡ ਰਹਿਣ ਵਾਲੀ ਹੁੰਦੀਆਂ, ਕਈ ਨਹੀਂ ਹੁੰਦੀਆਂ। ਜੇ ਰਲ ਮਿਲ ਕੇ ਰਹੋ ਤਾਂ ਬੱਚਿਆਂ ਦੀ ਵੀ ਨੂੰ ਵੀ ਆਜ਼ਾਦੀ ਹੋਣੀ ਚਾਹੀਦੀ ਹੈ। ਜਿੱਥੇ ਮਰਜ਼ੀ ਜਾਣ ਆਉਣ, ਉਹਨਾਂ ਨੂੰ ਰੋਕਾ ਰਾਕੀ ਟੋਕਾ ਟਾਕੀ, ਇਹੀ ਝਗੜੇ ਹੁੰਦੇ ਆ, ਹੋਰ ਤਾਂ ਕੋਈ ਝਗੜੇ ਨਹੀਂ ਹੈਗੇ। ਬਹੁਤ ਵਧੀਆ ਸੋਚ ਆ। ਜਾਣੀ ਕਿ ਮੰਨ ਲਓ ਜਿੱਥੇ ਬੱਚਿਆਂ ਦੇ ਟਾਈਮ ਦੇ ਸਮੇਂ ਦੇ ਹਿਸਾਬ ਦੇ ਨਾਲ ਮਾਂ-ਬਾਪ ਨੂੰ ਵੀ ਢਾਲਣਾ ਚਾਹੀਦਾ ਆ, ਉਹ ਅੰਕਲ ਦੀ ਇਹ ਸੋਚ ਆ ਕਿ ਜਿੱਥੇ ਮੰਨ ਲਓ ਅੱਜ ਕੱਲ੍ਹ ਦਾ ਜ਼ਮਾਨਾ ਆ ਜਿਹੜਾ, ਉਹ ਮਾਂ-ਬਾਪ ਨੂੰ ਵੀ ਉਸ ਹਿਸਾਬ ਦੇ ਨਾਲ ਚੇਂਜ ਹੋਣ ਦੀ ਲੋੜ ਆ। ਇਸ ਸੰਬੰਧ ਦੇ ਵਿੱਚ ਸਾਡੇ ਨਾਲ ਹੋਰ ਵੀ ਨੇ ਮੌਜੂਦ ਅੰਕਲ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਇਹੋ ਜਿਹੀਆਂ ਕੰਡੀਸ਼ਨਾਂ ਕਿਉਂ ਪੈਦਾ ਹੁੰਦੀਆਂ ਨੇ। ਹਾਂਜੀ, ਕੀ ਨਾਮ ਹੈ ਜੀ ਆਪਣਾ? ਯਸ਼ਪਾਲ। ਅੰਕਲ ਜੀ, ਕਿਉਂ ਇਦਾਂ ਦੀਆਂ ਸਿਚੁਏਸ਼ਨਾਂ ਪੈਦਾ ਹੁੰਦੀਆਂ ਕਿ ਜਿਹੜੀਆਂ ਘਰ ਦੇ ਵਿੱਚ ਹੀ ਦੋ ਦੁਬਾਰਾ ਹੁੰਦੀਆਂ? ਇਹ ਉਸ ਦੇ ਟੌਪਿਕ ਜਿਹੜਾ ਤੁਸੀਂ ਮੈਨੂੰ ਦੱਸ ਰਹੇ ਹੋ ਬਹੁਤ ਵਾਸਟ ਹੈ। ਤੁਸੀਂ ਇਹ ਦੱਸੋ ਕਿ ਪਰਟੀਕੂਲਰ ਤੁਸੀਂ ਕੀ ਚਾਹੁੰਦੇ ਹੋ ਮੇਰੇ ਤੋਂ, ਮਤਲਬ ਯਾਨੀ ਵਿਊਜ਼ ਕੀ ਲੈਣਾ ਚਾਹੁੰਦੇ ਹੋ? ਵਿਊਜ਼ ਇਹ ਕਿ ਮਤਲਬ ਕੀ ਕੰਡੀਸ਼ਨ ਇਦਾਂ ਦੀ ਹੁੰਦੀ ਹੈ ਅੰਕਲ, ਵੀ ਤੁਹਾਡੀ ਰਾਏ ਜਾਣਨਾ ਚਾਹੁੰਦੇ ਹਾਂ ਅਸੀਂ ਕਿ ਇਹੋ ਜਿਹੀ ਕਿਹੜੀ ਕੰਡੀਸ਼ਨ ਹੁੰਦੀ ਹੈ ਕਿ ਜਿਹਦੇ ਨਾਲ ਮਾਂ-ਬਾਪ ਨੂੰ ਜਾ ਕੇ ਬਿਰਧ ਆਸ਼ਰਮ ਰਹਿਣਾ ਪੈਂਦਾ ਹੈ ਜਾਂ ਘਰ ਦੇ ਵਿੱਚੋਂ ਬੱਚਿਆਂ ਨੂੰ ਅਲੱਗ ਰਹਿਣਾ ਪੈਂਦਾ ਵਾ? ਇਸ ਚੀਜ਼ ਦੇ ਨਾ ਕਈ ਫੈਕਟਰ ਹੈ। ਦੇਖੋ, ਹੁਣ ਜਿਹੜੀ ਚੀਜ਼ ਹੈ ਕਿ ਬਿਰਧ ਆਸ਼ਰਮ ਜਾਣ ਵਾਲੀ ਹੈ ਤਾਂ ਇੱਕ ਬਿਲਕੁਲ ਲਾਸਟ ਸਟੇਜ ਹੁੰਦੀ ਹੈ। ਅਗਰ ਬੱਚਿਆਂ ਨਾਲ ਐਡਜਸਟਮੈਂਟ ਘਰ ਵਿੱਚ ਹੀ ਹੋ ਜਾਵੇ, ਉਹ ਹੋ ਸਕਦੀ ਹੈ, ਉਹ ਪੋਸੀਬਲ ਹੈ, ਜਿਹਦੇ ਵਿੱਚ ਬੱਚੇ ਕੋਆਪਰੇਟ ਕਰਨ ਔਰ ਪੇਰੈਂਟਸ ਕਰਨ, ਉਹ ਘਰ 'ਚ ਵੀ ਹੋ ਸਕਦੀ ਐਡਜਸਟਮੈਂਟ। ਲੇਕਿਨ ਕੁਛ ਐਸਾ ਸਾਡਾ ਸਮਾਜ ਬਣ ਗਿਆ ਹੈ, ਉਹ ਹਰ ਆਦਮੀ ਦੇ ਅੱਗੇ ਇੱਕ ਈਗੋ ਹੈ। ਓਲਡ ਏਜ ਜਿਹੜੇ ਲੋਕ ਆ ਜਾਂਦੇ ਹੈ, ਇਹ ਨੈਚੁਰਲ ਹੈ। ਉਹ ਕੁਝ ਥੋੜ੍ਹੇ ਜਿਹੇ ਜ਼ਿੱਦੀ ਹੋ ਜਾਂਦੇ ਹੈ। ਉਹ ਚਾਹੁੰਦੇ ਹੈ ਕਿ ਘਰ ਵਿੱਚ ਮੇਰੀ ਉਹੀ ਰਵੇ, ਮਤਲਬ ਕਿ ਯਾਨੀ ਸੁਪਰਮੇਸੀ ਜੋ ਪਹਿਲੇ ਹੁੰਦੀ ਸੀ, ਜਿਹੜੀ ਕਿ ਪੋਸੀਬਲ ਨਹੀਂ ਹੈ। ਬੱਚਿਆਂ ਲਈ ਵੀ ਮੁਸ਼ਕਿਲ ਹੈ ਉਸ ਨੂੰ ਮਤਲਬ ਕਿ ਚਲਾਉਣਾ। ਆਫਟਰ ਆਲ ਜਿਹੜੇ ਬੱਚੇ ਹੈ ਉਹਨਾਂ ਦੀ ਵੀ ਆਪਣੀ ਇੱਕ ਇੰਡੀਵਿਜੂਅਲ ਸੋਚ ਹੈ ਔਰ ਕਈ ਵਾਰ ਉਹ ਠੀਕ ਵੀ ਹੁੰਦੀ ਹੈ। ਹੁਣ ਨਾ ਤਾਂ ਉਹ ਕਰਦੇ ਐਡਜਸਟ ਬੱਚੇ, ਨਾ ਪੇਰੈਂਟਸ ਕਰਦੇ ਆ, ਫਿਰ ਉਹ ਅਲਟੀਮੇਟਲੀ ਇਹੀ ਚੀਜ਼ ਹੁੰਦੀ ਹੈ, ਉਹ ਦੀਵਾਰ ਜੀ ਵਿੱਚ ਆ ਜਾਂਦੀ ਹੈ। ਇਹਦਾ ਦੂਸਰਾ ਰਸਤਾ ਇੱਕ ਹੋਰ ਵੀ ਹੈ, ਮੈਂ ਦੇਖਿਆ ਕਿ ਤੁਸੀਂ ਘਰ 'ਚ ਹੀ ਉਹਨੂੰ ਕਰ ਲਓ ਡਿਵੀਜ਼ਨ ਨੂੰ, ਤਾਂ ਕਿ ਬਜ਼ੁਰਗ ਨੂੰ ਬਾਹਰ ਨਾ ਜਾਣਾ ਪਵੇ। ਉਹਨੂੰ ਇੱਕ ਇੰਡੀਪੈਂਡੈਂਟ ਦੇ ਦਿਓ, ਪੋਰਸ਼ਨ ਦੇ ਦਿਓ ਜਾਂ ਸਪੇਸ ਦੇ ਦਿਓ ਕਿ ਉੱਥੇ ਉਹ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀ ਜਾ। ਉਹ ਬੱਚੇ ਆਪਣਾ ਕਰੀ ਜਾਣ, ਉਹ ਆਪਣਾ ਕਰੀ ਜਾਵੇ। ਇਹ ਚੀਜ਼ਾਂ ਮਤਲਬ ਅੰਕਲ ਇੱਕ ਮਤਲਬ ਕਹਿਣੀਆਂ ਬਹੁਤ ਕਾਮਨ ਨੇ, ਲੇਕਿਨ ਇੱਦਾਂ ਹੁੰਦਾ ਨਹੀਂ ਹੈਗਾ ਘਰ ਦੇ ਵਿੱਚ। ਕਈ ਵਾਰ ਡਿਸਪਿਊਟ ਹੀ ਇੰਨੇ ਜ਼ਿਆਦਾ ਵੱਧ ਜਾਂਦੇ ਨੇ ਅਤੇ ਇਹ ਮਤਲਬ ਅਲੱਗ-ਅਲੱਗ ਮਤਲਬ ਜਾਂ ਤਾਂ ਘਰੋਂ ਬੱਚੇ ਨਿਕਲ ਜਾਂਦੇ ਨੇ ਜਾਂ ਮਾਂ-ਬਾਪ ਨਿਕਲ ਜਾਂਦੇ ਨੇ, ਕਿਉਂਕਿ ਉਹਨਾਂ ਦੀ ਇਹ ਸੋਚ ਹੁੰਦੀ ਹੈ ਕਿ ਜੇ ਲੜਾਂਗੇ ਤਾਂ ਬਾਹਰ ਲੋਕਾਂ ਨੂੰ ਤਮਾਸ਼ਾ ਦਿਖਾਵਾਂਗੇ। ਗੱਲ ਇਹ ਫਿਰ ਇਹਦਾ ਮਤਲਬ ਇਹੀ ਹੋ ਗਿਆ ਨਾ ਕਿ ਜਾਨੀ ਦੋਨੇ ਜ਼ਿੰਮੇਵਾਰ ਹੈ। ਲੇਕਿਨ ਇੱਕ ਚੀਜ਼ ਮੈਂ ਤੁਹਾਨੂੰ ਦੱਸੀ ਜਿਹੜੀ ਪਹਿਲੇ, ਕਿ ਓਲਡ ਏਜ 'ਚ ਆ ਕੇ ਆਦਮੀ ਜ਼ਿੱਦੀ ਹੋ ਜਾਂਦਾ, ਹਰ ਆਦਮੀ। ਇਹ ਜਿੱਦ ਕਿੱਥੋਂ ਤੱਕ ਸਹੀ ਹੁੰਦੀ ਹੈ? ਮਤਲਬ ਇਹ ਇੱਕ ਤਰ੍ਹਾਂ ਦੀ ਲਾਈਫ ਨੂੰ ਖਰਾਬ ਕਰਨ ਵਾਲੀ ਕੰਮ ਹੁੰਦਾ। ਬੱਚਿਆਂ ਦੀ ਤਾਂ ਹੁਣੀ ਹੋਣੀ ਹੈ, ਪਲੱਸ ਆਪਣੀ ਵੀ ਜਿਹੜੀ ਜ਼ਿੰਦਗੀ ਹੈ ਉਹ ਵੀ ਖਰਾਬ ਹੋ ਜਾਂਦੀ ਹੈ। ਬਿਲਕੁਲ ਬਿਲਕੁਲ। ਤੁਹਾਡੀ ਕੀ ਰਾਏ ਹੈ ਇਹਦੇ ਵਿੱਚ? ਮੇਰੀ ਰਾਏ ਇਹੀ ਹੈ ਕਿ ਦੋਨਾਂ ਨੂੰ ਫਲੈਕਸੀਬਲ ਹੋਣਾ ਚਾਹੀਦਾ। ਓਲਡ ਏਜ ਦੇ ਜਿੰਨੇ ਵੀ ਲੋਕ ਹੈ ਉਹਨਾਂ ਨੂੰ ਜ਼ਿੱਦੀ ਨਹੀਂ ਹੋਣਾ ਚਾਹੀਦਾ, ਬੱਚਿਆਂ ਦੇ ਮੁਤਾਬਕ ਇਹ ਢਲ ਜਾਣ। ਕਿਉਂਕਿ ਅਗਰ ਬੱਚਿਆਂ ਦੇ ਮੁਤਾਬਕ, ਗੱਲ ਸੁਣ ਇਹ ਵੀ ਹੈ ਨਾ ਕਿ ਓਲਡ ਏਜ 'ਚ ਆ ਕੇ ਉਹਨਾਂ ਨੂੰ ਕੋਈ ਹੈਲਪਰ ਵੀ ਚਾਹੀਦਾ। ਦੇਖੋ, ਉਹ ਬੱਚੇ ਹੀ ਹੈ, ਕਿਉਂਕਿ ਉਹਦੀ ਆਪਣੀ ਸਿਹਤ ਡਾਊਨ ਹੋ ਜਾਂਦੀ ਹੈ, ਉਹ ਪਹਿਲੇ ਵਰਗੀਆਂ ਚੀਜ਼ਾਂ ਤੋਂ ਹੋ ਨਹੀਂ ਸਕਦੀਆਂ। ਉਹਨਾਂ ਦੀ ਹੈਲਪ ਬਹੁਤ ਜ਼ਰੂਰੀ ਹੈ ਬੱਚਿਆਂ ਦੀ। ਲੇਕਿਨ ਉਹ ਦੂਸਰੇ ਪਾਸੇ ਉਹਦੀ ਆਪਣੀ ਜ਼ਿੱਦਪਨ ਨੂੰ ਤੰਗਦਾ ਹੈ। ਮੈਂ ਸਮਝਦਾ ਉਹ ਜ਼ਿਆਦਾ ਰਿਸਪੋਂਸੀਬਲ ਹੈ। ਉਹਨਾਂ ਨੂੰ ਫਲੈਕਸੀਬਲ ਹੋਣਾ ਚਾਹੀਦਾ ਔਰ ਬੱਚਿਆਂ ਦੇ ਮੁਤਾਬਕ ਢਲ ਜਾਣਾ ਚਾਹੀਦਾ, ਜਾਂ ਇੱਕ ਆਪਸ 'ਚ ਐਸਾ ਰਸਤਾ ਲੱਭੋ ਕਿ ਕੰਪਰੋਮਾਈਜ਼ ਹੋਣ। ਅਗਰ ਉਹ ਢਲ ਜਾਣ ਬੱਚਿਆਂ 'ਚ ਤਾਂ ਮੈਂ ਸਮਝਦਾ ਇਹ ਸਿਸਟਮ ਠੀਕ ਚੱਲ ਸਕਦਾ, ਇਹ ਸਾਰਾ ਸਿਸਟਮ ਠੀਕ ਚੱਲ ਸਕਦਾ ਹੈ। ਬਾਕੀ ਜਿਹੜੇ ਬਿਰਧ ਆਸ਼ਰਮ 'ਚ ਜਾ ਕੇ ਵੀ ਤੁਸੀਂ ਦੇਖੋ, ਤੁਸੀਂ ਜਾ ਕੇ ਆਏ ਹੋ,
ਉੱਥੇ ਜਿੰਨੇ ਵੀ ਲੋਕ ਹੈ ਉਹ ਆਪਸ 'ਚ ਲੜੀ ਜਾ ਰਹੇ ਹੈ ਜੀ। ਮੈਂ ਵੀ 1-2 ਵਾਰ ਗਿਆ ਬਿਰਧ ਆਸ਼ਰਮ 'ਚ ਇੱਥੇ ਜਿਹੜਾ ਕਿ ਰੈੱਡ ਕਰਾਸ ਨੇ ਬਣਾਇਆ ਹੋਇਆ ਹੈ ਯਾਨੀ ਸਰਾਭਾ ਨਗਰ 'ਚ, ਉੱਥੇ ਵੀ ਲੜੀ ਜਾਂਦੇ ਆਪਸ 'ਚ। ਸਾਰੇ ਹੀ ਬਿਰਧ ਹੈ ਦੇਖੋ, ਉਹ ਆਪਸ 'ਚ ਹੀ ਲੜੀ ਜਾ ਰਹੇ ਹੈ। ਇਹਦਾ ਮਤਲਬ ਇਹ ਓਲਡ ਏਜ ਪ੍ਰੋਬਲਮ ਹੈ। ਜਾਣੀ ਕਿ ਉਹ ਜਿਹੜੀ ਇਹ ਲੜਾਈ ਸਿਰਫ ਘਰ ਤੱਕ ਸੀਮਿਤ ਨਹੀਂ ਹੈ, ਇਹ ਆਸ਼ਰਮ 'ਚ ਜਾ ਕੇ ਵੀ ਇਹ ਵੀ ਹੈ। ਤੁਸੀਂ ਜਾ ਕੇ ਇਹ ਕਿਸੇ ਵੀ ਆਸ਼ਰਮ 'ਚ ਦੇਖ ਲਓ ਜੀ, ਉਹਨਾਂ ਦਾ ਤੁਸੀਂ ਜਿਸ ਟਾਈਮ ਲੰਚ ਹੁੰਦਾ ਹੈ ਉਹ ਟੇਬਲ ਲੱਗੀ ਹੋਈ ਹੈ, ਉੱਥੇ ਤੁਸੀਂ ਬੈਠ ਕੇ ਦੇਖ ਲਓ ਇੱਕ ਦਿਨ, ਅੱਛਾ ਜੀ, ਤੁਹਾਨੂੰ ਉੱਥੇ ਪਤਾ ਲੱਗ ਜਾਊਗਾ ਇਹ ਲੜਾਈ ਉੱਥੇ ਵੀ ਲੜਾਈ ਆਤੀ। ਇਸ ਖਾਤਰ ਇਹਦਾ ਹੱਲ ਕੋਈ ਬਿਰਧ ਆਸ਼ਰਮ ਇਹਦੇ ਹੱਲ ਨਹੀਂ ਹੈ, ਬਲਕਿ ਮੈਂ ਤਾਂ ਇਹ ਕਹਿੰਦਾ ਹੁਣ ਬਿਰਧ ਆਸ਼ਰਮ ਇਸ ਪ੍ਰੋਬਲਮ ਦੇ ਹੱਲ ਨਹੀਂ। ਅੱਛਾ, ਮੰਨ ਲਓ ਜੇ ਗੱਲ ਕੀਤੀ ਜਾਵੇ ਬਿਰਧ ਆਸ਼ਰਮ ਦੀ, ਬਿਰਧ ਆਸ਼ਰਮ ਦੇ ਵਿੱਚ ਮੰਨ ਲਓ ਬੰਦਾ ਉਸ ਟਾਈਮ ਜਾਂਦਾ ਹੈ ਜਦੋਂ ਉਹਦੇ ਕੋਲ ਕੁਝ ਵੀ ਨਹੀਂ ਹੁੰਦਾ, ਜਦੋਂ ਇੱਕ ਉਹਨੂੰ ਰਹਿਣ ਲਈ ਇੱਕ ਛੱਤ ਚਾਹੀਦੀ ਹੁੰਦੀ ਹੈ ਤੇ ਖਾਣ ਲਈ ਮਤਲਬ ਨਾ ਰੋਟੀ ਵੀ ਚਾਹੀਦੀ ਹੁੰਦੀ ਹੈ, ਤੇ ਉਸ ਟਾਈਮ ਉਹਨੂੰ ਇੱਕ ਸਹਾਰੇ ਦੀ ਲੋੜ ਹੁੰਦੀ ਹੈ, ਤੇ ਫਿਰ ਉਹ ਆਸ਼ਰਮ ਉਹਨੂੰ ਹੁੰਦਾ। ਜਿਸ ਟਾਈਮ ਉਹ ਬੰਦਾ ਕੰਮ ਕਰਦਾ ਹੁੰਦਾ ਆ ਉਸ ਟਾਈਮ ਉਹਨੂੰ ਇੰਨਾ ਨਹੀਂ ਪਤਾ ਹੁੰਦਾ ਕਿ ਮੈਂ ਆਪਣੇ ਵਾਸਤੇ ਸੇਵਿੰਗ ਵੀ ਰੱਖਾਂ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂ, ਇਹ ਵੀ ਫੈਕਟਰ ਠੀਕ ਹੈ, ਉਹਨੂੰ ਆਪਣੀ ਕੁਛ ਨਾ ਕੁਛ ਸੇਵਿੰਗ ਰੱਖਣੀ ਚਾਹੀਦੀ ਹੈ ਤਾਂ ਜੋ ਆਸ਼ਰਮ ਦੀ ਲੋੜ ਹੀ ਨਾ ਪਵੇ। ਓਲਡ ਏਜ ਦੇ ਵਿੱਚ ਪਤਾ ਹੀ ਹੈ ਵੀ ਇੱਕ ਨਾ ਇੱਕ ਦਿਨ ਤਾਂ ਜਾਣਾ ਆ, ਪਹਿਲਾਂ ਆਪਣੇ ਕੋਲ ਸੇਵਿੰਗ, ਆਪਣੇ ਕੋਲ ਫੰਡ ਇੰਨਾ ਕੁ ਹੋਣਾ ਚਾਹੀਦਾ ਕਿ ਉਹ ਈਜ਼ੀਲੀ ਆਪਣੀ ਲਾਈਫ ਵਧੀਆ। ਉਹ ਤਾਂ ਹੈ ਕਿ ਦੇਖੋ ਨਾ ਓਲਡ ਏਜ 'ਚ ਆ ਕੇ ਚਾਹੇ ਬੰਦਾ ਕੋਈ ਸਰਵਿਸ 'ਚ ਹੈ ਚਾਹੇ ਬਿਜ਼ਨਸ 'ਚ ਹੈ, ਕਿਸੇ ਵੀ ਜਗ੍ਹਾ ਹੈ, ਉਹਦੇ ਇਨਕਮ ਦੇ ਸੋਰਸ ਘੱਟ ਜਾਣੇ ਹੈ। ਉਹਦੀ ਆਪਣੀ ਅਗਰ ਇੰਡੀਵਿਜੂਅਲ ਮਤਲਬ ਕਿ ਫਾਈਨੈਂਸ਼ੀਅਲ ਜਿਹੜੀ ਪੋਜੀਸ਼ਨ ਸਟਰੋਂਗ ਹੈਗੀ ਥੋੜ੍ਹੀ ਬਹੁਤੀ, ਤਾਂ ਫਿਰ ਉਹ ਘਰ 'ਚ ਵੀ ਚੱਲ ਜਾਏਗਾ, ਉਹ ਘਰ 'ਚ ਵੀ ਐਡਜਸਟ ਹੋ ਜਾਊਗਾ, ਉਹ ਜਿਹੜੀ ਅੱਛਾ ਕਰੂਗਾ। ਇਸ ਕਰਕੇ ਨਾ ਸੇਵਿੰਗ ਉਹਨੂੰ ਜ਼ਰੂਰ ਓਲਡ ਏਜ ਲਈ ਕਰ ਲੈਣੀ ਚਾਹੀਦੀ ਹੈ। ਲੇਕਿਨ ਕਈ ਵਾਰੀ ਐਸਾ ਹੁੰਦਾ ਹੈ ਕਿ ਬੱਚਿਆਂ ਦੇ ਮੋਹ 'ਚ ਉਹ ਸੇਵਿੰਗ ਨਹੀਂ ਕਰਦਾ ਜਾਂ ਉਹ ਬੱਚਿਆਂ 'ਤੇ ਸਪੈਂਡ ਕਰ ਜਾਂਦਾ। ਦੇਖੋ, ਉਹ ਬੱਚਿਆਂ ਦੀਆਂ ਵਿਆਹ ਸ਼ਾਦੀਆਂ ਐਜੂਕੇਸ਼ਨ ਉੱਤੇ ਸਪੈਂਡ ਕਰ ਦਿੰਦਾ ਪੈਸਾ, ਉਹਦੇ ਕੋਲ ਆਪਣੇ ਕੋਲ ਕੁਛ ਵੀ ਨਹੀਂ ਹੁੰਦਾ ਕਈ ਵਾਰੀ। ਇਹ ਨਹੀਂ ਕਿ ਸਾਰਿਆਂ ਕੋਲ ਹੀ ਨਹੀਂ, ਕੁਛ ਲੋਕ ਐਸੇ ਵੀ ਓਲਡ ਏਜ 'ਚ ਮੈਂ ਦੇਖੇ ਹੈ ਜਿਨ੍ਹਾਂ ਨੇ ਆਪਣੀ ਪਰਸਨਲ ਮਤਲਬ ਕਿ ਠੀਕ ਰੱਖੀ ਹੋਈ ਹੈ, ਜਿਹਦੀ ਮਾਲੀ ਹਾਲਤ ਉਹ ਠੀਕ ਰਹਿ ਰਹੇ ਹੈ, ਉਹ ਘਰ 'ਚ ਵੀ ਠੀਕ ਰਹਿ ਰਹੇ ਹੈ, ਕਿਉਂਕਿ ਬੱਚਿਆਂ ਨੂੰ ਵੀ ਪਤਾ ਹੈ। ਚਲੋ ਉਸ ਕੰਡੀਸ਼ਨ ਦੇ ਵਿੱਚ ਤਾਂ ਅਗਰ ਬੱਚਿਆਂ ਲਈ ਕੁਝ ਕੀਤਾ ਵਾ ਮਾਂ-ਬਾਪ ਨੇ, ਫਿਰ ਤਾਂ ਉਹਨਾਂ ਨੂੰ ਵੀ ਚਾਹੀਦਾ ਨਾ ਕਿ ਜੇ ਇਹਨਾਂ ਨੇ ਸਾਡੀ ਮਤਲਬ ਇੰਨਾ ਕੁਝ ਕੀਤਾ ਹੈ ਤੇ ਉਹਨਾਂ ਦੀ ਵੀ ਰਿਸਪੌਂਸਿਬਿਲਿਟੀ ਬਣਦੀ ਆ ਉਹਨਾਂ ਦੀ ਮਤਲਬ ਕੇਅਰ ਕਰਨੀ। ਪਰ ਉਹ ਕਰਦੇ ਨਹੀਂ, ਉਹ ਉਸ ਚੀਜ਼ ਨੂੰ ਜਾਨੀ ਭੁੱਲ ਜਾਂਦੇ ਆ। ਇਹੋ ਜਿਹੀ ਕੀ ਇੱਦਾਂ ਦੀ ਮਤਲਬ ਅੰਕਲ ਕਿਹੜੀ ਸਿਚੁਏਸ਼ਨ ਇੱਦਾਂ ਦੀ ਪੈਦਾ ਹੋ ਜਾਂਦੀ ਹੈ ਕਿ ਜਿਹੜੀ ਇੱਦਾਂ ਦੀ ਨੌਬਤ ਆਉਂਦੀ ਆ ਕਿ ਜਦੋਂ ਉਹਨਾਂ ਨੂੰ ਵੀ ਪਤਾ ਆ ਕਿ ਮਾਂ-ਬਾਪ ਨੇ ਸਾਡੇ ਲਈ ਬਹੁਤ ਕੁਝ ਕੀਤਾ ਆ, ਫਿਰ ਉਹ ਕਿਉਂ ਨਹੀਂ ਕਰਦੇ ਔਰ ਕਿਉਂ ਇੱਦਾਂ ਦੀ ਕੰਡੀਸ਼ਨ ਪੈਦਾ ਹੁੰਦੀ ਹੈ ਕਿ ਅਲੱਗ-ਅਲੱਗ ਹੋਣਾ ਪੈਂਦਾ? ਉਹਦੀ ਪੋਜੀਸ਼ਨ ਇਹ ਹੈ ਕਿ ਹੁਣ ਇੱਕ ਪਹਿਲੇ ਹੁੰਦਾ ਸੀ ਜਾਨੀ ਜੁਆਇੰਟ ਫੈਮਿਲੀ ਸਿਸਟਮ, ਉਹ ਟੁੱਟਦਾ ਜਾ ਰਿਹਾ ਅੱਜ ਦੀ ਡੇਟ 'ਚ। ਉਹ ਹੁਣ ਆਪਣੀ ਵਾਈਫ ਦੀ ਸੁਣੇ ਕਿ ਜਾਂ ਆਪਣੀ ਮਾਂ ਦੀ ਸੁਣੇ, ਉਹਦੀ ਮਜਬੂਰੀ ਇਹ ਹੈ ਕਿ ਹੁਣ ਉਹਨੂੰ ਫਿਰ ਵਾਈਫ ਵੱਲ ਟਿਲਟ ਹੋਣਾ ਪੈਂਦਾ ਹੈ, ਕਿਉਂਕਿ ਉਹਨਾਂ ਦੀ ਸਾਰੀ ਜਿਹੜੀ ਹੈ ਜ਼ਿੰਮੇਵਾਰੀ ਬੱਚਿਆਂ ਦੀ ਉਹਦੇ ਉੱਪਰ, ਇਸ ਖਾਤਰ ਉਹਦਾ ਟਿਲਟ ਹੋ ਜਾਂਦਾ। ਉਹਦੀ ਵੀ ਮਜਬੂਰੀ ਹੈ, ਨਹੀਂ ਉਹਦੀ ਇੱਕ ਤਾਂ ਜਿਹੜੀ ਜੁਆਇੰਟ ਪੇਰੈਂਟਸ ਨਾਲ ਹੈ ਝਗੜਾ, ਇੱਕ ਮਾਂ ਬਾਪ ਉਹਦੇ ਨਾਲ ਬੱਚਿਆਂ ਨਾਲ ਝਗੜਾ ਸ਼ੁਰੂ ਹੋ ਜਾਊਗਾ। ਪਰਸੋਂ ਹੀ ਮੈਂ ਇੱਕ ਪਿਕਚਰ ਦੇਖ ਰਿਹਾ ਸੀ ਟੀਵੀ 'ਤੇ, ਕੱਲ ਆਜ ਔਰ ਕੱਲ, ਉਹਦੇ 'ਚ ਇਹੀ ਦਿਖਾਇਆ ਕਿ 3 ਜਨਰੇਸ਼ਨ ਉੱਥੇ ਸੀਗੀਆਂ ਰਹਿ ਰਹੀਆਂ ਉਸ ਹਾਊਸ 'ਚ। ਉਹ ਜਿਹੜਾ ਫਾਦਰ ਸੀ ਰਾਜ ਕਪੂਰ, ਇੱਕ ਪਾਸੇ ਉਹਦਾ ਫਾਦਰ ਸੀ ਰਾਜ ਕਪੂਰ ਦਾ, ਇੱਕ ਪਾਸੇ ਉਹਦਾ ਬੇਟਾ ਸੀ, ਦੋਨੇ ਹੀ ਆਪਸ 'ਚ ਡਿਫਰੈਂਟ ਡਾਇਰੈਕਸ਼ਨ 'ਚ ਜਾ ਰਹੇ ਸੀ। ਉਹ 'ਚ ਫਸ ਹੋ ਜਾਂਦਾ। ਹੁਣ ਉਹ ਆਪਣੇ ਬਾਪ ਦੀ ਸੁਣੇ ਇੱਕ ਲੜਕੇ ਦੀ ਵੀ ਸੁਣੇ, ਹੁਣ ਸੁਣਨੀ ਉਹਨੂੰ ਦੋਨਾਂ ਦੀ ਪੈਂਦੀ ਹੈ। ਯਾਨੀ ਕਿ ਮਾਂ-ਬਾਪ ਨੂੰ ਵੀ ਚਾਹੀਦਾ ਹੈ ਕਿ ਸਮੇਂ ਦੇ ਹਿਸਾਬ ਦੇ ਨਾਲ ਬੱਚਿਆਂ ਦੇ ਨਾਲ ਚੱਲਣਾ। ਹਾਂ ਬਿਲਕੁਲ ਬਿਲਕੁਲ। ਹਾਂਜੀ ਸਰ, ਕੀ ਨਾਮ ਆਪਣਾ? ਮੇਰਾ ਨਾਮ ਜੀ ਬਿਮਲ ਸਿੰਘ ਹੈ, ਮੈਂ ਲੁਧਿਆਣੇ ਤੋਂ ਜੀ ਬਿਲੋਂਗ ਕਰਦਾ ਜੀ। ਅੰਕਲ, ਇਹੋ ਜੀ ਕਿਹੜੀ ਕੰਡੀਸ਼ਨ ਹੁੰਦੀ ਆ ਵੀ ਜਿਹੜੇ ਮਾਂ-ਬਾਪ ਨੂੰ ਬਿਰਧ ਆਸ਼ਰਮ 'ਚ ਜਾ ਕੇ ਰਹਿਣਾ ਪੈਂਦਾ ਵਾ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਅੱਜ ਦੀ ਪੀੜ੍ਹੀ ਨੂੰ ਕਿ ਉਹ ਮਤਲਬ ਹੀ ਕਿ ਆਪਣੇ ਮਾਂ-ਬਾਪ ਦੇ ਕਹਿਣੇ 'ਚ ਰਹਿਣ ਹੈ ਜੀ। ਉਹ ਦੂਸਰੀ ਗੱਲ ਇਹ ਹੈ ਕਿ ਉਹ ਬਾਕੀ ਲੋਕਾਂ ਦਾ ਜਿਹੜਾ ਉਹ ਨਕਲ ਨਾ ਕਰਨ, ਹੈ ਕਿ ਨਹੀਂ, ਆਪਣੇ ਮਾਂ-ਬਾਪ ਦੀ ਸੇਵਾ ਕਰਨ ਅਤੇ ਉਹਨਾਂ ਨੂੰ ਸਭ ਕੁਝ ਹਾਸਲ ਹੋ ਜਾਊਗਾ,
ਹੈ ਕਿ ਨਹੀਂ। ਔਰ ਬੱਚਿਆਂ ਨੂੰ ਮੇਰੀ ਇਹੀ ਰਾਏ ਆ ਵੀ ਉਹ ਆਪਣੇ ਮਾਪੇ ਦੇ ਕਹਿਣੇ 'ਚ ਰਹਿਣ। ਇਹ ਤਾਂ ਠੀਕ ਹੈ। ਹੁਣ ਬਹੁਤ ਅਸੀਂ ਨਾ ਬਿਰਧ ਆਸ਼ਰਮ ਦੇ ਵਿੱਚ ਵੀ ਗਏ ਹਾਂ। ਬਿਰਧ ਆਸ਼ਰਮ ਦੇ ਵੀ ਉੱਥੇ ਦੇ ਹਾਲਾਤ ਦੇਖੇ ਨੇ ਕਿ ਉੱਥੇ ਮਾਪੇ ਰਹਿੰਦੇ ਨੇ, ਮਤਲਬ ਕਈ ਵਾਰ ਬੱਚੇ ਘਰੋਂ ਅਲੱਗ ਹੋ ਜਾਂਦੇ ਨੇ। ਮਤਲਬ ਇਹੋ ਜਿਹੀ ਕਿਹੜੀ ਕੰਡੀਸ਼ਨ ਹੁੰਦੀ ਹੈ ਕਿ ਇਹ ਇੰਨੀ ਵੱਡੀ ਡਿਸਪਿਊਟ ਦਾ ਕਾਰਨ ਬਣਦੀ ਹੈ? ਉਹ ਇਹ ਹੈ ਵੀ ਮੰਨ ਲਈਏ ਅੱਜ ਕੱਲ੍ਹ ਉਹ ਦੂਸਰੇ ਬੱਚਿਆਂ ਨੂੰ ਦੇਖ ਕੇ ਨਕਲ ਕਰਦੇ ਆ ਵੀ ਉਹ ਵੇਖੋ ਉਹ ਤਾਂ ਉਹਨਾਂ ਦੇ ਮਾਪੇ ਦੇ ਕਰਮਾਂ ਦੇ ਸੰਸਕਾਰ ਨੇ ਤੇ ਉਹ ਨਕਲ ਕਰਦੇ ਵੀ ਉਹ ਜੋ ਉਹ ਨੇ ਅਸੀਂ ਉੱਦਾਂ ਦੇ ਉਸ ਤੋਂ ਵੀ ਵਧੀਆ ਬਣ ਕੇ ਦਿਖਾਈਏ। ਪਰ ਉਹ ਬਣਨ ਵਾਸਤੇ ਉਹਦੇ ਵਾਸਤੇ ਸੰਸਕਾਰ ਚਾਹੀਦੇ ਆ। ਅਗਰ ਸੰਸਕਾਰ ਅੱਛੇ ਹੋਣਗੇ ਤਾਂ ਸਭ ਕੁਝ ਹਾਸਲ ਹੋ ਜਾਊਗਾ। ਅਗਰ ਸੰਸਕਾਰ ਨਹੀਂ ਅੱਛੇ ਹੋਣਗੇ ਤਾਂ ਕੁਝ ਨਹੀਂ ਹਾਸਲ ਹੋ ਸਕਦਾ। ਉਹੀ ਮਾਪੇ ਦੇ ਵੀ ਰੱਬ ਦਾ ਰੂਪ ਆ ਤੇ ਰੱਬ ਵੀ ਉਹਨਾਂ ਦੇ ਆਸ਼ੀਰਵਾਦ ਵੀ ਉਹਨਾਂ ਦੇ ਬੱਚਿਆਂ ਦੇ ਉੱਤੇ ਆ। ਮੈਂ ਤਾਂ ਇਹੀ ਕਹਿਣਾ ਚਾਹੂੰਗਾ। ਨਹੀਂ ਓਕੇ ਹੈ। ਜਿਵੇਂ ਮੰਨ ਲਓ ਹੁਣ ਜੇ ਗੱਲ ਕੀਤੀ ਜਾਵੇ ਮਤਲਬ ਬੱਚਿਆਂ ਦੀ ਜਾਂ ਮਤਲਬ ਹੁਣ ਕਈ ਵਾਰ ਹੁੰਦਾ ਕਿ ਇੱਦਾਂ ਦੀ ਕੰਡੀਸ਼ਨ ਹੁੰਦੀ ਹੈ ਕਿ ਘਰ ਦੇ ਵਿੱਚ 2 ਬ੍ਰਦਰ ਆ ਜਾਂ ਸਿਸਟਰ ਬ੍ਰਦਰ ਆ, ਉਹ ਆਪਸ ਵਿੱਚ ਇਕੱਠੇ ਰਹਿਣਾ ਚਾਹੁੰਦੇ ਆ, ਲੇਕਿਨ ਫਿਰ ਵੀ ਕੋਈ ਇੱਦਾਂ ਦਾ ਹੁੰਦਾ ਘਰ ਦੇ ਵਿੱਚ ਕਿ ਉਹ ਕਿ ਚਾਹੇ ਉਹ ਮੈਰਿਜ ਤੋਂ ਬਾਅਦ ਲੜਾਈ ਦਾ ਕੋਈ ਜ਼ਰੀਆ ਬਣ ਜਾਵੇ, ਚਾਹੇ ਉਹ ਮਤਲਬ ਭੈਣ ਭਰਾ ਜਿਹੜੀ ਆ ਦਾ ਲੜਾਈ ਦਾ ਜ਼ਰੀਆ ਬਣ ਜਾਣ। ਉਹਦੇ ਬਾਰੇ ਤੁਹਾਡੀ ਕੀ ਰਾਏ ਹੈ? ਮੇਰੀ ਤਾਂ ਇਹੀ ਰਾਏ ਹੈ ਵੀ ਪਹਿਲੀ ਗੱਲ ਤਾਂ ਇਹ ਕਿ ਜੋ ਵੀ ਅਸੀਂ ਕਮਾਉਂਦੇ ਚਾਹੇ ਇਕੱਠੇ ਹੀ ਕਮਾਉਂਦੇ ਆ ਤੇ ਕਹਿਣ ਦਾ ਮਤਲਬ ਵੀ ਉਹ ਮਤਲਬ ਕਿ ਉਹਦੇ 'ਚ ਕੋਈ ਲੁਕੋ ਨਾ ਰੱਖਿਆ ਜਾਵੇ। ਮਾਂ-ਬਾਪ ਨੂੰ ਤਾਂ ਚਾਹੀਦਾ ਨਾ ਕਿ ਦੋਨਾਂ ਨੂੰ ਇੱਕੋ ਨਜ਼ਰ ਨਾ ਦੇਖਿਆ ਜਾਵੇ। ਹਾਂਜੀ, ਬਹੁਤ ਫੈਮਲੀਆਂ ਦੇ ਵਿੱਚ ਇਹ ਵੀ ਡਿਸਪਿਊਟ ਹੁੰਦਾ ਹੈ ਨਾ ਕਿ ਇੱਕ ਨੂੰ ਪਿਆਰ ਕਰਦੇ ਆ ਦੂਜੇ ਨੂੰ ਨਹੀਂ ਕਰਦੇ, ਫਿਰ ਬਾਅਦ ਦੇ ਵਿੱਚ ਵੀ ਮੈਰਿਜ ਹੋ ਜਾਂਦੀ ਆ। ਉਸ ਤੋਂ ਬਾਅਦ ਉਹਨਾਂ ਨੂੰ ਮੈਰਿਜ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਕਿ ਉਹ ਫਲਾਣੇ ਨੂੰ ਵਧੀਆ ਕਰਦਾ ਪਿਆਰ, ਛੋਟਾ ਕਹਿੰਦਾ ਕਿ ਯਾਰ ਵੱਡੇ ਨੂੰ ਵਧੀਆ ਪਿਆਰ ਕਰਦੇ ਆ ਨਾ, ਉਹ ਵੀ ਇੱਕ ਜ਼ਰੀਆ ਬਣ ਜਾਂਦਾ ਹੈ। ਹਾਂਜੀ, ਉਹਦੇ ਵਿੱਚ ਜ਼ਿੰਮੇਵਾਰ ਕੌਣ ਹੈ ਜੀ? ਉਹਦੇ ਵਿੱਚ ਜ਼ਿੰਮੇਦਾਰ ਇਹ ਹੈ ਕਿ ਬੱਚਾ ਆਪ ਖੁਦ ਜ਼ਿੰਮੇਦਾਰ ਆ, ਕਿਉਂਕਿ ਉਹਨੂੰ ਆਪਣੀਆਂ ਕਮੀਆਂ ਦੇਖਣੀਆਂ ਚਾਹੀਦੀਆਂ ਕਿ ਮੇਰੇ 'ਚ ਕੀ ਕਮੀ ਐਸੀ ਆ ਵੀ ਮੈਨੂੰ ਉਹ ਫੋਲੋ ਨਹੀਂ ਕਰ ਰਹੇ, ਹੈ ਕਿ ਨਹੀਂ। ਅਗਰ ਉਹ ਆਪਣੀ ਕਮੀ ਦੂਰ ਕਰ ਲੈਂਦਾ ਬੱਚਾ ਤੇ ਉਹ ਫਿਰ ਦੋਨੋਂ ਬਰਾਬਰ ਹੀ ਆ। ਕਿਤੇ ਨਾ ਕਿਤੇ ਮਾਂ-ਬਾਪ ਨੂੰ ਵੀ ਤਾਂ ਚਾਹੀਦਾ ਮਾਂ-ਬਾਪ ਨੂੰ ਵੀ ਚਾਹੀਦਾ, ਪਰ ਮਾਂ-ਬਾਪ ਵੀ ਉਹਨੂੰ ਉਹਦੀਆਂ ਆਦਤਾਂ ਦੇ ਹਿਸਾਬ ਨਾਲ ਉਹਨੂੰ ਇੱਦਾਂ ਕਹਿ ਦਿੰਦੇ ਆ। ਠੀਕ ਹੈ ਸਰ। ਤੇ ਉਹਦੇ 'ਚ ਉਹ ਬੱਚਾ ਬੁਰਾ ਮੰਨ ਜਾਂਦਾ। ਸਤਿ ਸ਼੍ਰੀ ਅਕਾਲ ਸਰ, ਕੀ ਨਾਮ ਹੈ ਸਰ? ਮੈਂ ਕਮਲ ਸਿੰਘ। ਕਮਲ ਸਿੰਘ ਜੀ। ਸਰ ਇਹੋ ਜਿਹੀ ਮਤਲਬ ਕਿਹੜੀ ਕੰਡੀਸ਼ਨ ਹੁੰਦੀ ਹੈ ਕਿ ਜਿਹੜੇ ਘਰ ਦੇ ਵਿੱਚ ਡਿਸਟ੍ਰੀਬਿਊਟ ਪੈਂਦੇ ਨੇ, ਮਾਂ-ਬਾਪ ਨੂੰ ਜਾ ਕੇ ਬਜ਼ੁਰਗ ਉੱਥੇ ਬਿਰਧ ਆਸ਼ਰਮ 'ਚ ਰਹਿਣਾ ਪੈਂਦਾ ਆ ਜਾਂ ਬੱਚਿਆਂ ਨੂੰ ਘਰੋਂ ਬਾਹਰ ਰਹਿਣਾ ਪੈਂਦਾ ਆ, ਇਹੋ ਜਿਹੀ ਕਿਉਂ ਕੰਡੀਸ਼ਨ ਪੈਦਾ ਹੁੰਦੀ ਘਰ 'ਚ? ਮੇਰੇ ਖਿਆਲ ਤੇ ਬੱਚਿਆਂ ਨੂੰ ਜਦੋਂ ਛੋਟੇ ਹੁੰਦੇ ਨੇ ਆਪਾਂ ਨੂੰ ਹਰ ਚੀਜ਼ ਉਹਨਾਂ ਦੀ ਡਿਮਾਂਡ ਪੂਰੀ ਕਰ ਦਿੰਦੇ ਹਾਂ ਈਜ਼ੀਲੀ, ਠੀਕ ਹੈ ਨੀ। ਜਿਹੜਾ ਪਹਿਲੇ ਤਾਂ ਬੱਚੇ ਨੂੰ ਜ਼ਿੰਮੇਵਾਰ ਬਣਾਉਣਾ ਚਾਹੀਦਾ, ਠੀਕ ਹੈ ਨੀ। ਇਹਨਾਂ ਹਰ ਜ਼ਿੰਮੇਵਾਰੀ ਤੁਸੀਂ ਪੂਰੀ ਉਹਨਾਂ ਦੀ ਡਿਮਾਂਡ ਪੂਰੀ ਕਰੋਗੇ ਤਾਂ ਬੱਚੇ ਫਿਰ ਵਿਗੜ ਜਾਂਦੇ ਆ, ਰਿਸਪੌਂਸਿਬਿਲਟੀ ਨਹੀਂ ਲੈਂਦੇ ਹੈਗੇ, ਠੀਕ ਹੈ ਨੀ। ਬੱਚਿਆਂ ਨੂੰ ਰਿਸਪੌਂਸਿਬਿਲਟੀ ਬਣਾਉਣ ਵਾਸਤੇ ਉਹਨਾਂ ਨੂੰ ਖੁਦ ਚਾਹੀਦਾ ਵੀ ਖੁਦ ਉਹਨਾਂ ਨੂੰ ਬਣਾਓ, ਵੀ ਕਮਾਉਣ ਦੇ ਲਾਇਕ ਬਣਾਓ, ਠੀਕ ਹੈ ਨੀ। ਹਰ ਡਿਮਾਂਡ ਨਾਲ ਪੂਰੀ ਕਰੋ, ਠੀਕ ਹੈ ਨੀ, ਤਾਂ ਉਹ ਖੁਦ ਕਮਾਉਣਗੇ, ਉਹਨਾਂ ਨੂੰ ਪਤਾ ਵੀ ਕਿਵੇਂ ਪੈਸਾ ਬਣਦਾ ਹੈ, ਠੀਕ ਹੈ ਨੀ, ਕਿਵੇਂ ਆਪਾਂ ਨੂੰ ਸਹੀ ਤਰ੍ਹਾਂ ਖਰਚ ਕਰਨਾ ਹੈਗਾ, ਠੀਕ ਹੈ ਨੀ, ਇਹ ਚੀਜ਼। ਤੇ ਸਰ ਮਤਲਬ ਇਹ ਗੱਲ ਜੇ ਕੀਤੀ ਜਾਵੇ ਆਪਣੀ ਜਿਹੜੀ ਘਰ ਦੇ ਵਿੱਚ ਲੜਾਈ ਹੁੰਦੀ ਆ, ਮਤਲਬ ਉਹਦਾ ਜ਼ਰੀਆ ਕਿਉਂ ਇੱਦਾਂ ਦੀ ਕੰਡੀਸ਼ਨ ਕਿਉਂ ਇੱਦਾਂ ਦੀ ਬਣਦੀ ਹੈ ਕਿ ਜਿਹੜਾ ਮਤਲਬ ਅਲੱਗ-ਅਲੱਗ ਹੋ ਜਾਣਾ, ਮਤਲਬ ਇੱਕ ਇਕੱਠੇ ਸ਼ੁਰੂ ਤੋਂ ਜਾਂ ਮਤਲਬ ਮਾਂ-ਬਾਪ ਨੇ ਰੱਖਿਆ ਬੱਚਿਆਂ ਨੂੰ ਹੈ ਨਾ, ਮਤਲਬ ਬਾਅਦ ਵਿੱਚ ਇੱਦਾਂ ਦੀ ਕੰਡੀਸ਼ਨ ਕਿਉਂ ਪੈਦਾ ਹੁੰਦੀ ਹੈ ਕਿ ਉਹ ਅਲੱਗ-ਅਲੱਗ ਰਾਹ ਬਣ ਜਾਂਦੇ ਨੇ? ਅਲੱਗ-ਅਲੱਗ ਰਾਹ ਇੱਦਾਂ ਬਣਦੇ ਆ ਵੀ ਦੇਖੋ ਉਹੀ ਦੱਸਿਆ ਨਾ, ਹਰ ਡਿਮਾਂਡ ਆਪਾਂ ਪੂਰੀ ਕਰ ਦਿੰਦੇ ਨੇ ਬੱਚਿਆਂ ਦੀ, ਠੀਕ ਹੈ। ਉਹਨੂੰ ਜ਼ਿੰਮੇਵਾਰੀ ਨਹੀਂ ਸੌਂਪਦੇ ਤੇ ਬੱਚੇ ਅਗਰ ਜ਼ਿੰਮੇਵਾਰ ਹੋਣਗੇ ਤਾਂ ਗਾਂ ਤੁਹਾਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣਗੇ, ਪੇਰੈਂਟਸ ਨੂੰ ਸੇਵਾ ਕਰਨਗੇ, ਠੀਕ ਹੈ ਨੀ, ਇਹ ਚੀਜ਼। ਤੇ ਮੈਸੇਜ ਸਰ ਹੋਰ ਮਤਲਬ ਮਾਂ-ਬਾਪ ਨੂੰ ਵੀ ਤਾਂ ਕੁਝ ਚਾਹੀਦਾ? ਨਹੀਂ, ਮਾਂ ਪਿਓ ਨੂੰ ਵੀ ਚਾਹੀਦਾ ਬੱਚਿਆਂ ਦੀ ਪਰਵਰਿਸ਼ ਠੀਕ ਕਰਨ, ਠੀਕ ਹੈ ਨੀ। ਉਹਨਾਂ ਨੂੰ ਪਹਿਲੀ ਵਾਰ ਜ਼ਿੰਮੇਵਾਰੀ ਸੌਂਪਣ ਉਹਨਾਂ ਨੂੰ, ਠੀਕ ਹੈ ਨੀ। ਜ਼ਿੰਮੇਵਾਰੀ ਹੋਏਗੀ ਤੇ ਉਹ ਸਭ ਕੁਝ ਅੱਗੇ ਠੀਕ ਹੋਏਗਾ, ਠੀਕ ਹੈ ਨੀ। ਅਗਰ ਜ਼ਿੰਮੇਵਾਰੀ ਨਹੀਂ ਸ਼ੁਰੂ ਤੋਂ ਪਾਓਗੇ ਤੁਸੀਂ, ਬੱਚੇ ਹਰ ਚੀਜ਼ ਡਿਮਾਂਡ ਤੁਸੀਂ ਪੂਰੀ ਕਰਦੇ ਬੁਢਾਪੇ 'ਚ ਆਟੋਮੈਟਿਕ ਫਿਰ ਉਹਨਾਂ ਦਾ ਕੰਫਰਟ ਚਾਹੀਦਾ ਆਪਣਾ, ਉਹ ਆਪਣਾ ਹੀ ਦੇਖਣਗੇ, ਠੀਕ ਹੈ ਨੀ। ਬੱਚਿਆਂ ਨੂੰ ਵੀ ਚਾਹੀਦਾ ਹੈ ਜਿੱਦਾਂ ਮਤਲਬ ਮਾਂ-ਬਾਪ ਜਿਹੜੇ ਬਿਰਧ ਹੋ ਚੁੱਕੇ ਨੇ ਉਹਨਾਂ ਨੂੰ ਆਸ਼ਰਮ ਦੇ ਵਿੱਚ ਕਿਉਂ ਭੇਜ ਦਿੱਤਾ ਜਾਂਦਾ ਆ, ਮਤਲਬ ਕਿਉਂ? ਉਸ ਬੱਚੇ ਇਹੋ ਜਿਹੇ ਬੱਚੇ ਫਿਰ ਖੁਦ ਜ਼ਿੰਮੇਵਾਰ ਨਹੀਂ ਮੰਨਦੇ ਹੈਗੇ ਨੇ, ਲਾਇਕ ਨਹੀਂ ਬੰਦੇ ਬਣਾਏ ਤੁਸੀਂ, ਠੀਕ ਹੈ ਨੀ। ਕਿਉਂ ਰਿਸਪੌਂਸਿਬਿਲਟੀ ਨਹੀਂ ਸੌਂਪੀ ਉਹਨਾਂ ਨੂੰ ਤੁਸੀਂ, ਠੀਕ ਹੈ ਨੀ। ਹਰ ਫੈਸਿਲਿਟੀ ਤੁਸੀਂ ਦਿੰਦੇ ਗਏ ਜਦੋਂ ਤੁਸੀਂ ਕਮਾਉਂਦੇ ਗਏ, ਠੀਕ ਹੈ ਨੀ। ਬਾਅਦ ਦੇ ਵਿੱਚ ਉਹ ਜ਼ਿੰਮੇਵਾਰੀ ਹੈ ਹੀ ਨਹੀਂ ਸੀ, ਸ਼ੁਰੂ ਤੋਂ ਨਹੀਂ ਉਹਨਾਂ ਨੇ ਲਈ, ਠੀਕ ਹੈ ਨੀ। ਉਹਨਾਂ ਨੂੰ ਕੰਫਰਟ ਜ਼ੋਨ ਚਾਹੀਦਾ ਵੀ ਮੈਂ ਆਪਣਾ ਦੇਖਾਂ ਬਸ, ਠੀਕ ਹੈ ਨੀ। ਅਤੇ ਪੇਰੈਂਟਸ ਦਾ ਉਹ ਦੇਖਦੇ ਨਹੀਂ, ਫਿਰ ਉਹ ਅੱਗੇ ਉਹਨਾਂ ਨੂੰ ਬਹੁਤ ਸਮਝਦੇ। ਇਸ ਗੱਲ ਦੇ ਵਿੱਚ ਕੌਣ ਜ਼ਿੰਮੇਵਾਰ ਹੈ ਜੀ? ਇਸ ਵਿੱਚ ਜ਼ਿੰਮੇਵਾਰ ਦੇਖੋ ਮੇਨ ਚੀਜ਼ ਜਿਹੜੇ ਪੇਰੈਂਟਸ ਵੀ ਹੈ, ਮੈਂ ਕਹਿੰਦਾ
ਪੇਰੈਂਟਸ ਨੂੰ ਸਖਤੀ ਦਾ ਕੰਮ ਲੈਣਾ ਚਾਹੀਦਾ ਬੱਚਿਆਂ ਦਾ, ਠੀਕ ਹੈ ਨੀ। ਬੱਚਿਆਂ ਨੂੰ ਜਿੱਥੇ ਪਿਆਰ ਦੇਣਾ ਪਿਆਰ ਦਿਓ, ਜਿੱਥੇ ਉਹਨਾਂ ਕੋ ਕੰਮ ਲੈਣਾ ਉਹਨਾਂ ਨੂੰ ਜ਼ਿੰਮੇਵਾਰੀ ਸੌਂਪਣੀ ਹੈ ਉਹ ਵੀ ਨਾਲ ਸੌਂਪਣੀ ਹੈ ਉਮਰ ਦੇ ਹਿਸਾਬ ਨਾਲ, ਠੀਕ ਹੈ ਨੀ। ਇਹ ਨਹੀਂ ਆਪਾਂ 25 ਸਾਲ ਦੇ ਹੋ ਗਏ 30 ਦੇ ਹੋ ਗਏ ਹਰ ਚੀਜ਼ ਉਹਨਾਂ ਨੂੰ ਬੈਠੇ ਬੈਠੇ ਮਿਲ ਜੇ, ਠੀਕ ਹੈ ਨੀ। ਇਹ ਬਹੁਤ ਜ਼ਰੂਰੀ ਹੈ ਕਿ ਉਹਨਾਂ ਦੀ ਜ਼ਿੰਮੇਵਾਰੀ ਪਾਣੀ ਜ਼ਰੂਰੀ ਹੈ। ਆਪ ਦੀ ਰਾਏ ਦੇ ਵਿੱਚ ਤੁਸੀਂ ਦੇਖਿਆ ਕਿ ਕਿਉਂ ਇਦਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਨੇ ਵੀ ਮਤਲਬ ਜਿਹੜੀਆਂ ਘਰ ਦੇ ਵਿੱਚੋਂ ਅਲੱਗ-ਅਲੱਗ ਬੱਚਿਆਂ ਨੂੰ ਔਰ ਮਾਂ-ਬਾਪ ਨੂੰ ਹੋਣਾ ਪੈਂਦਾ ਆ? ਇਹ ਲੋਕਾਂ ਦੀ ਰਾਏ ਵੀ ਅਸੀਂ ਤੁਹਾਡੇ ਸਾਹਮਣੇ ਰੱਖੀ ਆ, ਔਰ ਕੀ ਹੈ ਤੁਹਾਡੀ ਰਾਏ, ਤੁਸੀਂ ਵੀ ਸਾਨੂੰ ਜ਼रूर ਦੱਸਿਓ। कैमरामैन विकास के नाल राकेश की रिपोर्ट। तो दोस्तों ये था आज का हमारा आपकी राय प्रोग्राम। अगर आपके पास भी कोई ऐसा विषय है जिस पर आप लोगों की राय जानना चाहते हैं तो हमारे नीचे दिए नंबर पर संपर्क करें। जय जिनेंद्र।